हाँ जी, ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਪੇਪਰ ਨੰਬਰ 5 ਇੰਡੀਅਨ ਪੀਨਲ ਕੋਡ। ਇਹ ਪੇਪਰ ਨੰਬਰ 5 ਦੇ ਵਿੱਚ ਸਾਡੇ ਦੋ ਬੁੱਕਸ ਹੈਗੀਆਂ ਨੇ, ਇੰਡੀਅਨ ਪੀਨਲ ਕੋਡ ਤੇ ਕ੍ਰਿਮੀਨਲ ਪ੍ਰੋਸੀਜਰ ਕੋਡ। ਇੰਡੀਅਨ ਪੀਨਲ ਕੋਡ 1860 ਹੈ ਜੀ, 1860। ਇੱਕ ਹੈਗਾ ਕ੍ਰਿਮੀਨਲ ਪ੍ਰੋਸੀਜਰ ਕੋਡ। ਦੇਖੋ ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ, ਇੱਕ ਐਕਟ ਹੁੰਦਾ ਹੈ, ਇੱਕ ਐਕਟ ਨੂੰ ਲਾਗੂ ਕਰਨ ਦੇ ਲਈ ਪ੍ਰੋਸੀਜਰ ਹੁੰਦਾ ਹੈ। ਠੀਕ ਹੈ, ਜਿਵੇਂ ਸਾਡੇ ਲੈਂਡ ਰੈਵਨਿਊ ਐਕਟ ਹੈ, ਲੈਂਡ ਰੈਵਨਿਊ ਐਕਟ ਨੂੰ ਲਾਗੂ ਕਰਨ ਦੇ ਲਈ ਸਾਡੇ ਕੋਲ ਲੈਂਡ ਰਿਕਾਰਡ ਮੈਨੂਅਲ ਹੈ, ਮੈਨੂਅਲ ਸਾਡੇ ਕੋਲ ਪ੍ਰੋਸੀਜਰ ਦਿੱਤਾ ਗਿਆ ਸਾਰਾ। ਠੀਕ ਹੈ, ਇਸੇ ਤਰ੍ਹਾਂ ਹੀ ਅਸੀਂ ਇੱਥੇ ਗੱਲ ਕਰਾਂਗੇ ਇੰਡੀਅਨ ਪੀਨਲ ਕੋਡ। ਇਹ ਇੱਕ ਐਕਟ ਹੈ। ਅੱਗੇ ਜਿਹੜਾ CRPC ਹੈ, ਕ੍ਰਿਮੀਨਲ ਪ੍ਰੋਸੀਜਰ ਦੇਖੋ ਤੁਹਾਨੂੰ ਵਰਡ ਤੋਂ ਪਤਾ ਚੱਲਦਾ ਹੈ ਪ੍ਰੋਸੀਜਰ ਵੀ ਉਸਦਾ ਇਹ ਐਕਟ ਨੂੰ ਲਾਗੂ ਕਿਵੇਂ ਕਰਨਾ ਹੈ, ਕਿਵੇਂ ਪ੍ਰੋਸੀਜਰ ਇਹਦਾ ਅਡਾਪਟ ਕਰਨਾ ਹੈ ਅਸੀਂ, ਉਹ ਪ੍ਰੋਸੀਜਰ ਕੋਡ ਹੈਗਾ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿਹੜਾ ਇਹ ਸਾਡਾ ਐਕਟ ਹੈਗਾ ਕਦੋਂ ਬਣਿਆ, ਕਿਵੇਂ ਬਣਿਆ, ਇਹਦੀ ਲੋੜ ਕਿਉਂ ਪਈ। ਠੀਕ ਹੈ ਜੀ, ਇਹਦੀ ਲੋੜ ਕਿਉਂ ਪਈ, ਕਿਹੜੇ ਸਾਲ 'ਚ ਬਣਿਆ। ਜੇ ਸਾਨੂੰ ਪਤਾ ਹੋਵੇ ਸਾਰਾ ਕੁਝ ਤਾਂ ਸਾਨੂੰ ਇਹਦਾ ਸਾਲ ਵੀ ਸਮਝਣਾ ਔਖਾ ਨਹੀਂ ਲੱਗਦਾ। ਜਿਵੇਂ ਹੁਣ ਆਪਾਂ ਕਹਿ ਰਹੇ ਹਾਂ ਵੀ ਇਹ 1860, ਕਈ ਵਾਰੀ ਸਾਡੇ ਕੋਈ ਬੰਦੇ ਆਪਾਂ ਕਈ ਹੋ ਸਕਦਾ 1960 ਪੜ੍ਹੀ ਜਾਈਏ, ਪਰ ਸਾਨੂੰ ਇਹਦੀ ਬੇਸਿਕ ਨੌਲੇਜ ਹੋਣੀ ਚਾਹੀਦੀ ਹੈ ਤਾਂ ਕਿ ਫਿਰ ਸਾਨੂੰ ਯਾਦ ਰੱਖਣ 'ਚ ਵੀ ਸੌਖਾ ਹੁੰਦਾ ਹੈ ਤੇ ਸਾਨੂੰ ਪੜ੍ਹਨ ਦੇ ਵਿੱਚ ਵੀ ਸਾਡਾ ਇੰਟਰਸਟ ਬਣਦਾ ਹੈ। ਇਹ ਐਕਟ ਕਦੋਂ ਬਣਿਆ, ਕਿਵੇਂ ਬਣਿਆ, ਕੀ ਕਾਰਨ ਸੀ, ਕੀ ਰੀਜ਼ਨ ਸੀ। ਦੇਖੋ ਸੁਸਾਇਟੀਜ਼ ਹੁੰਦੀਆਂ ਨੇ, ਇੱਕ ਹੁੰਦੀ ਹੈ ਸਿਵਲਾਈਜ਼ ਸੁਸਾਇਟੀ, ਇੱਕ ਹੁੰਦੀ ਹੈ ਅਨਸਿਵਲਾਈਜ਼ ਸੁਸਾਇਟੀ। ਅਨਸਿਵਲਾਈਜ਼ ਸੁਸਾਇਟੀ ਕੀ ਹੁੰਦੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਕੋਈ ਕਾਨੂੰਨ ਨਹੀਂ, ਕੋਈ ਲਾਅ ਨਹੀਂ। ਠੀਕ ਹੈ, ਜੰਗਲ ਰਾਜ ਜਿਹਨੂੰ ਆਪਾਂ ਕਹਿ ਦਈਏ, ਜੰਗਲ ਰਾਜ। ਕਿਸੇ ਨੇ ਕਿਸ ਦਾ ਅੱਖ ਫੋੜਤੀ, ਉਹਦੀ ਅੱਖ ਫੋੜ ਦੋ। ਠੀਕ ਹੈ, ਇਹ ਜੰਗਲ ਰਾਜ ਹੈ। ਕਿਸੇ ਨੇ ਕਿਸੇ ਦੰਦ ਤੋੜਤੇ, ਉਹਦੇ ਦੰਦ ਤੋੜ ਦੋ, ਇਹ ਵੀ ਜੰਗਲ ਰਾਜ ਹੈ। ਕਿਸੇ ਨੇ ਕਿਸੇ ਬੰਦੇ ਨੂੰ ਮਾਰ ਦਿੱਤਾ, ਤੁਸੀਂ ਉਹਨਾਂ ਨੂੰ ਮਾਰ ਦੋ, ਇਹ ਜੰਗਲ ਰਾਜ ਹੈ। ਠੀਕ ਹੈ, ਪਹਿਲਾਂ ਜਦੋਂ ਅਨਸਿਵਲਾਈਜ਼ ਸੁਸਾਇਟੀ ਸੀਗੀ ਤਾਂ ਪਹਿਲਾਂ ਇਦਾਂ ਦਾ ਲਾਅ ਚੱਲਦਾ ਸੀਗਾ। ਸੁਸਾਇਟੀ ਦੇ ਵਿੱਚ ਲੋਕਾਂ ਦੇ ਵਿੱਚ ਮਤਲਬ ਕਿ ਕੋਈ ਕਾਨੂੰਨ ਦਾ ਨਾਮ ਦਾ ਕੋਈ ਚੀਜ਼ ਨਹੀਂ ਸੀਗੀ। ਠੀਕ ਹੈ, ਲੋਕ ਬਦਲੇ ਦੀ ਭਾਵਨਾ ਦੇ ਨਾਲ ਇਦਾਂ ਚੱਲਦੇ ਸੀ। ਫਿਰ ਕੀ ਹੋਇਆ, ਮਨੂ ਸਮ੍ਰਿਤੀ ਜਿਹਨੂੰ ਆਪਾਂ ਕੋਡ ਆਫ ਮਨੂ ਕਹਿ ਦਿੰਦੇ ਆ। ਠੀਕ ਹੈ, ਡੇਟਸ ਕੀ ਸੀ ਇਹਦੀਆਂ ਡੇਟ। ਮਨੂ ਸਮ੍ਰਿਤੀ ਬਣੀ ਜਦੋਂ ਇੱਕ ਲਾਅ ਬਣਾਇਆ ਕਿਸੇ ਵਿਅਕਤੀ ਨੇ, ਮਨੂ ਨਾਮ ਦੇ ਵਿਅਕਤੀ ਨੇ ਇੱਕ ਲਾਅ ਬਣਾਇਆ। ਇਹ ਜਿਹੜਾ ਇਹਦੀ ਤਰੀਕ ਸੀ ਸਰ W ਜੋਨਸ ਕਹਿੰਦੇ ਆ, ਸਰ W ਜੋਨਸ ਦੇ ਮੁਤਾਬਕ ਜਿਹੜੀ ਇਹਦਾ ਲਾਅ ਸੀਗਾ, ਇਹ ਪੱਕੇ ਪ੍ਰੂਫ ਤਾਂ ਨਹੀਂ ਮਿਲਦੇ ਹੈਗੇ, ਪਰ ਉਹ ਕਹਿੰਦੇ 1280 BC ਦੀ ਗੱਲ ਹੈਗੀ ਹੈ ਜਦੋਂ ਮਨੂ ਸਮ੍ਰਿਤੀ ਬਣੀ। ਸਮ੍ਰਿਤੀ ਮਤਲਬ ਕੋਡ ਬਣਿਆ ਵੀ ਇਹ ਜਿਹੜਾ ਜੰਗਲ ਰਾਜ ਹੈ ਇਹਨੂੰ ਖਤਮ ਕੀਤਾ ਜਾਵੇ, ਕੋਈ ਕਾਨੂੰਨ ਬਣਾਇਆ ਜਾਵੇ, ਆਇਡੈਂਟੀਫਾਈ ਕੀਤਾ ਜਾਵੇ ਵੀ ਆਹ ਚੋਰੀ ਹੈ, ਆਹ ਡਾਕਾ ਹੈ, ਠੀਕ ਹੈ, ਆਹ ਇੰਜਰੀ ਹੈ, ਆਇਡੈਂਟੀਫਾਈ ਕੀਤੇ ਜਾਣ ਜਿਹੜੇ ਜੁਰਮ ਨੇ। ਮਨੂ ਸਮ੍ਰਿਤੀ ਕਿਸੇ ਨੇ ਕਿਹਾ ਵੀ ਇਹ ਜਿਹੜਾ ਸਰ W ਜੋਨਸ ਸੀ ਉਹ ਕਹਿੰਦਾ 1280 BC ਦੀ ਗੱਲ ਹੈਗੀ ਹੈ। ਫਿਰ ਇੱਕ ਐਲਫਿਨਸਟੋਨ ਹੋਏ ਨੇ, ਉਹ ਕਹਿੰਦੇ ਨਹੀਂ ਇਹ 900 BC ਦੀ ਗੱਲ ਹੈਗੀ ਹੈ, ਬਹੁਤ ਪੁਰਾਣੀ ਗੱਲ ਹੈਗੀ ਹੈ। ਫਿਰ ਮੈਕਸ ਮੈਲਰ ਹੋਏ ਹੈ, ਮੈਕਸ ਮੋਲਰ, ਉਹ ਕਹਿੰਦੇ ਨਹੀਂ ਇਹ ਤਾਂ 200 BC ਦੀ ਗੱਲ ਹੈ, ਸਾਰੀ ਨਵੀਂ ਗੱਲ ਹੈਗੀ ਹੈ। ਤੇ ਇਹਨਾਂ ਨੇ ਕੀ ਕੀਤਾ, ਮਨੂ ਨੇ ਕੀ ਕੀਤਾ, ਅਸਾਲਟ ਰਿਕੋਗਨਾਈਜ਼ ਕੀਤੇ, ਥੈਫਟ ਨੂੰ ਰਿਕੋਗਨਾਈਜ਼ ਕੀਤਾ। ਮੈਂ ਜਸਟ ਇੰਟਰੋਡਕਸ਼ਨ ਪਾਰਟ ਪੜ੍ਹ ਰਿਹਾ ਇਹਦਾ, ਇੰਟਰੋਡਕਸ਼ਨ ਪਹਿਲਾਂ ਇੰਡੀਅਨ ਪੀਨਲ ਕੋਡ ਦਾ ਇੰਟਰੋਡਕਸ਼ਨ ਪਾਰਟ ਤੁਸੀਂ ਖੋਲ ਲਓ। ਅਸਾਲਟ ਕੀ ਹੈ, ਥੈਫਟ ਕੀ ਹੈ, ਰੋਬਰੀ ਕੀ ਹੈ, ਫਾਲਸ ਐਵੀਡੈਂਸ ਕੀ ਹੈ, ਸਲੈਂਡਰ ਕੀ ਹੈ, ਕ੍ਰਿਮੀਨਲ ਬ੍ਰੀਚ ਆਫ ਟਰਸਟ ਕੀ ਹੈ, ਚੀਟਿੰਗ ਕੀ ਹੁੰਦੀ ਹੈ, ਅਡਲਟਰੀ ਕੀ ਹੁੰਦੀ ਹੈ, ਰੇਪ ਕੀ ਹੁੰਦਾ ਹੈ। ਠੀਕ ਹੈ, ਇਹ ਆਇਡੈਂਟੀਫਾਈ ਕੀਤੇ। ਤੇ ਫਿਰ ਕੀ ਹੋਇਆ, ਉਸ ਤੋਂ ਬਾਅਦ ਹੌਲੀ ਹੌਲੀ ਸਮਾਂ ਬੀਤਦਾ ਗਿਆ। ਸਮਾਂ ਬੀਤਣ ਨਾਲ ਰਾਜਿਆਂ ਦੇ ਰਾਜ ਆਏ, ਉਹਨਾਂ ਨੇ ਕੀ ਕੀਤਾ, ਆਪਣੇ ਆਪਣੇ ਕਾਨੂੰਨ ਬਣਾਏ। ਵੱਖਰੀਆਂ ਸਟੇਟਾਂ ਦੇ ਵਿੱਚ, ਵੱਖਰੇ ਰਿਆਸਤਾਂ ਦੇ ਵਿੱਚ ਆਪਣੇ ਆਪਣੇ ਕਾਨੂੰਨ ਸੀ, ਕੀ ਸਜ਼ਾ, ਕਿਸ ਜੁਰਮ ਦੀ ਕੀ ਸਜ਼ਾ ਦਿੱਤੀ ਜਾਣੀ ਹੈ, ਕਿਸ ਜੁਰਮ ਦੀ ਕੀ ਸਜ਼ਾ ਦਿੱਤੀ ਜਾਣੀ ਹੈ। ਠੀਕ ਹੈ ਜੀ, ਫਿਰ ਦੈਨ ਕੀ ਹੋਇਆ, ਬ੍ਰਿਟਿਸ਼ ਰਾਜ ਆਇਆ, ਅੰਗਰੇਜ਼ਾਂ ਦਾ ਰਾਜ ਆਇਆ। ਅੰਗਰੇਜ਼ਾਂ ਨੇ ਕੀ ਕੀਤਾ, 1834 ਦੇ ਵਿੱਚ ਇੰਡੀਅਨ ਲਾਅ ਕਮਿਸ਼ਨ ਬਣਾਇਆ। 1834 ਦੇ ਵਿੱਚ ਇੰਡੀਅਨ ਲਾਅ ਕਮਿਸ਼ਨ ਬਣਾਇਆ। ਇੰਡੀਅਨ ਲਾਅ ਕਮਿਸ਼ਨ ਨੇ ਕੀ ਕੀਤਾ, ਕਾਨੂੰਨ ਬਣਾਇਆ।
फिर in 1834 the first Indian Law Commission was constituted to investigate its jurisdiction, powers, rules or existing courts as well as police establishment and into the law in operation in British India। ਬ੍ਰਿਟਿਸ਼ ਇੰਡੀਆ ਮਤਲਬ ਭਾਰਤ ਦੇ ਵਿੱਚ ਜਿੱਥੇ ਬ੍ਰਿਟਿਸ਼ ਦਾ ਰਾਜ ਸੀਗਾ ਉਹਦੇ ਲਈ ਇਹਨਾਂ ਨੇ 1834 ਦੇ ਵਿੱਚ ਲਾਅ ਕਮਿਸ਼ਨ ਬਣਾ ਕੇ ਉਹਦੀ ਪ੍ਰਪੋਜ਼ਲ ਲਈਆਂ। ਫਿਰ ਦਾ ਇੰਡੀਅਨ ਪੈਨਲ ਕੋਡ ਵਾਸ ਡਰਾਫਟਡ ਬਾਈ ਦਾ ਫਸਟ ਇੰਡੀਅਨ ਲਾਅ ਕਮਿਸ਼ਨ, ਜਿਹੜਾ ਆਈਪੀਸੀ ਸੀਗਾ ਇਹ ਡਰਾਫਟ ਹੋਇਆ ਪਹਿਲੇ ਲਾਅ ਕਮਿਸ਼ਨ ਨੇ। ਦਾ ਪ੍ਰੈਜ਼ੀਡੈਂਟਸ਼ਿਪ ਆਫ ਦਾ ਮੌਰਕਲੇ ਸੀ ਉਸ ਵੇਲੇ, ਇਹ ਜਿਹੜੇ ਹੈਗੇ ਸੀ ਇੰਡੀਅਨ ਲਾਅ ਕਮਿਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਸੀ ਮੌਰਕਲੇ ਸੀ, and was submitted to the Governor General India in Council in 1837 ਦੇ ਵਿੱਚ ਜਿਹੜੀ ਗਵਰਨਰ ਜਨਰਲ ਸੀਗੀ ਕਾਉਂਸਲ ਸੀਗੀ ਇੰਡੀਆ ਦੀ ਉੱਥੇ ਸਬਮਿਟ ਕੀਤਾ ਉਹਨਾਂ ਨੇ। it was circulated to the judges and law advisors crown, ਫਿਰ ਉਹ ਸਰਕੂਲੇਟ ਕੀਤਾ ਗਿਆ। then in 1845 ਦੇ ਵਿੱਚ ਕੀ ਹੋਇਆ, another law commission ਬਿਠਾਇਆ ਗਿਆ। 1845 ਦੇ ਵਿੱਚ ਫਿਰ ਰਿਵਿਊ ਕੀਤਾ ਸਾਰਾ ਮਾਮਲਾ, ਜਿਹੜਾ ਇਹ ਕੋਡ ਹੈ ਫਿਰ ਰਿਵਿਊ ਹੋਇਆ। Commission submitted its report in two parts, one in 1846, second law commission ने अपनी रिपोर्ट है सबमिट की थी 1846 ਦੇ ਵਿੱਚ, ਫਿਰ 1847 ਦੇ ਵਿੱਚ। the code was revised according to the report of commission, ਜਿਹੜਾ ਇਹ ਕੋਡ ਸੀਗਾ ਜਿਹੜਾ ਪਹਿਲਾਂ ਡਰਾਫਟ ਬਣਿਆ ਸੀਗਾ ਉਹਨੂੰ ਫਿਰ ਰਿਵਾਈਜ਼ ਕੀਤਾ ਗਿਆ ਰਿਪੋਰਟ ਦੇ ਅਕੋਰਡਿੰਗ, but it never saw the light of the day। subsequently it was revised by two law members of the Governor General of India in the council and presented to the legislative council 1956। ਫਿਰ 1956 ਦੇ ਵਿੱਚ ਇਹ ਜਿਹੜਾ ਕਾਉਂਸਲ ਚ ਪੇਸ਼ ਕੀਤਾ ਗਿਆ। then ਐਕਟ 1860 ਫਿਰ ਕਹਿੰਦਾ ਇੰਡੀਅਨ ਪੀਨਲ ਕੋਡ ਬਿੱਲ was passed by the legislative council। ਇੰਡੀਅਨ ਪੀਨਲ ਕੋਡ ਜਿਹੜਾ ਬਿੱਲ ਪਾਸ ਕੀਤਾ ਗਿਆ ਕਾਉਂਸਲ ਦੇ ਵਿੱਚ, received the assent of the governor general 6 ਅਕਤੂਬਰ 1960 ਨੂੰ। ਤਾਂ ਇਹ ਦੇਖੋ 1934 ਤੋਂ ਚੱਲ ਕੇ 1960 ਚ ਆ ਕੇ ਫਾਈਨਲ ਹੋਇਆ। 6 ਅਕਤੂਬਰ 1960 ਨੂੰ ਜਿਹੜੀ ਗਵਰਨਰ ਜਨਰਲ ਇਹਨੂੰ ਅਸੈਂਟ ਦਿੱਤੀ, ਮਨਜ਼ੂਰੀ ਦਿੱਤੀ। ਇਟ ਕੇਮ ਔਨ ਦਾ ਸਟੈਚੂਟ ਬੁੱਕ ਦਾ ਇੰਡੀਅਨ ਪੀਨਲ ਕੋਡ 1860 ਐਕਟ 1945। ਤਾਂ ਜਿਹੜਾ ਇਹ ਐਕਟ ਆਪਾਂ ਅੱਜ ਪੜ੍ਹਨ ਲੱਗਿਆ ਇਹ ਐਕਟ 1945, ਇਹ ਐਕਟ 45 ਨੰਬਰ ਇਹਦਾ ਐਕਟ ਹੈਗਾ, ਇਹ 1860 ਦੇ ਵਿੱਚ ਬਣ ਕੇ ਤਿਆਰ ਹੋਇਆ। ਠੀਕ ਹੈ ਜੀ। ਇਹਦਾ ਚੈਪਟਰ 1 ਹੈਗਾ ਜੀ ਇੰਟਰੋਡਕਸ਼ਨ ਪ੍ਰੀਐਮਬਲ। ਨੰਬਰ 1 ਟਾਈਟਲ ਐਂਡ ਐਕਸਟੈਂਟ ਟੂ ਆਪਰੇਸ਼ਨ ਆਫ ਦਾ ਕੋਡ, ਵੀ ਕਿੱਥੇ ਕਿੱਥੇ ਲਾਗੂ ਹੁੰਦਾ, ਹੋਲ ਆਫ ਇੰਡੀਆ ਦੇ ਵਿੱਚ ਇਹ ਲਾਗੂ ਹੁੰਦਾ ਹੈ। ਇੱਥੇ ਲਿਖਿਆ ਐਕਸੈਪਟ ਦਾ ਸਟੇਟ ਆਫ ਜੰਮੂ ਐਂਡ ਕਸ਼ਮੀਰ। ਹੁਣ ਇਹਦੇ ਚ ਕੋਈ ਚੇਂਜਸ ਦੀ ਲੋੜ ਪਏਗੀ ਕਿਉਂਕਿ ਜਿਹੜੀ ਸਟੇਟ ਆਫ ਜੰਮੂ ਕਸ਼ਮੀਰ ਦਾ ਹੈਗਾ ਜਿਹੜਾ ਇਹ ਸੈਕਸ਼ਨ ਸੀਗੀਆਂ ਉਹ ਸਰਕਾਰ ਵੱਲੋਂ ਖਤਮ ਕਰ ਦਿੱਤੀਆਂ ਗਈਆਂ ਨੇ, 370 ਵਗੈਰਾ ਸੀ। ਠੀਕ ਹੈ, ਉਹ ਚਲੋ ਗਵਰਨਮੈਂਟ ਨੇ ਡਿਸਾਈਡ ਕਰਨਾ ਹੈ ਜੋ ਵੀ ਹੈਗਾ। ਸਰ ਇਹ ਬੁੱਕ ਦਾ ਨਾ ਜਿਹੜਾ ਬਾਹਰਲਾ ਪੇਜ ਹੈਗਾ ਉਹ ਸੈਂਡ ਕਰ ਦੂੰਗੇ ਜਿਹੜਾ ਮੈਂ ਪੜਿਆ ਸੀਗਾ। ਹਾਂਜੀ ਓਕੇ। ਇੰਡੀਅਨ ਪੀਨਲ ਕੋਡ ਨਹੀਂ ਉਹ ਠੀਕ ਹੈ, ਇੰਡੀਅਨ ਪੀਨਲ ਕੋਡ ਸਾਡੇ ਕੋਲ ਮੇਰੇ ਕੋਲ ਵੀ ਹੈ ਇੰਡੀਅਨ ਪੀਨਲ ਕੋਡ, ਬਟ ਇਹ ਕਿ ਇਹਦੀ ਜਿਹੜੀ ਲੈਂਗੁਏਜ ਜਿਹੜੀ ਹੈ ਨਾ ਉਹ ਸੇਮ ਨਹੀਂ ਆ ਰਹੀ ਇਹਦੇ ਤੇ। ਜਿਹੜੀ ਇੰਟਰੋਡਕਸ਼ਨ ਸੀਗੀ, ਹਾਂਜੀ ਇੰਟਰੋਡਕਸ਼ਨ ਤੇ ਕੁਝ ਦੇਖੋ ਮੈਂ ਕੁਝ ਆਪਣੇ ਕੋਲੋਂ ਬੋਲਿਆ, ਕੁਝ ਇਹਦੇ ਵਿੱਚੋਂ ਬੋਲਿਆ, ਉਹ ਸੇਮ ਨਹੀਂ ਆਏਗੀ। ਠੀਕ ਹੈ, ਮੇਰੇ ਕੋਲ ਵੀ ਇੰਡੀਅਨ 1960 ਦਾ ਐਕਟ ਹੈਗਾ। ਨਹੀਂ ਐਕਟ ਦੇਖੋ ਸਟਾਰਟ ਇਹ ਤਾਂ ਜਸਟ ਇੰਟਰੋਡਕਸ਼ਨ ਸੀ, ਪਹਿਲਾਂ ਸਟਾਰਟ ਤਾਂ ਹੁਣ ਹੋਏਗਾ। ਤੁਹਾਡੇ ਕੋਲ ਪਿਆ ਹੈ ਕਿਹੜਾ ਭਾਰਤੀ ਚੰਗਾ ਤਾਈ ਪੰਜਾਬੀ ਸਟਾਈ ਕੌਣ ਚਾਹੀਦਾ ਸਰ ਆਫਰ ਕਿਹੜਾ ਹੈ ਸਰ? ਤੁਹਾਡੇ ਕੋਲ ਬਿਆਰ ਐਕਟ ਹੈ ਜੀ, ਯੂਨੀਵਰਸਲ ਲਾ। ਕੋਈ ਗੱਲ ਨਹੀਂ, ਮੈਂ ਤੁਹਾਨੂੰ ਸੈਂਡ ਕਰ ਦਾਂਗਾ ਇਹ। ਆਪਾਂ 1860 ਵਾਲਾ ਪੜ੍ਹਨਾ ਜੀ, 1860 ਵਾਲਾ ਪੜ੍ਹਨਾ ਹੈ। 1860 ਹਾਂ, ਤੁਸੀਂ ਸੈਕਸ਼ਨ 1 ਤੁਸੀਂ ਇਹਦੀ ਸੈਕਸ਼ਨ 1 ਕੱਢੋ, ਹੁਣ ਸੈਕਸ਼ਨ 1 ਕੱਢੋ, ਚੈਪਟਰ 1 ਕੱਢੋ। ਦੇਖੋ ਟਾਈਟਲ ਐਂਡ ਐਕਸਟੈਂਟ ਆਫ ਦਾ ਆਪਰੇਸ਼ਨ ਆਫ ਦਾ ਕੋਡ। ਠੀਕ ਹੈ ਨਾ? ਹਾਂ, ਇੱਥੋਂ ਸ਼ੁਰੂ ਕਰਾਂਗੇ ਆਪਾਂ। ਜਿਹੜਾ ਮੈਂ ਪਹਿਲਾਂ ਪੜਿਆ ਜਸਟ ਫਾਰ ਨੌਲੇਜ ਸੀਗਾ, ਉਹ ਕੋਈ ਮੈਨੇ ਨਹੀਂ ਰੱਖਦਾ। ਜਿਹੜਾ ਪਹਿਲਾਂ ਇੰਟਰੋਡਕਸ਼ਨ ਪੜ੍ਹੀ ਹੈ ਉਹਦੇ ਤੇ ਤੁਹਾਨੂੰ ਪੇਪਰ ਨਹੀਂ ਆਉਂਦਾ ਹੈ ਉਹਦੇ 'ਚ, ਉਹ ਤਾਂ ਮੈਂ ਤੁਹਾਨੂੰ ਆਪਾਂ ਜਸਟ ਹਿਸਟਰੀ ਪੜ੍ਹੀ ਹੈ ਵੀ ਇਹ ਐਕਟ ਬਣਿਆ ਕਦੋਂ, ਕਿਵੇਂ ਬਣਿਆ, ਕਿਸ ਤਰ੍ਹਾਂ ਸੀਗਾ,
ਅੱਗੇ ਆਪਣਾ ਜਿਹੜਾ ਹੈਗਾ ਆਪਾਂ ਨੂੰ ਐਕਟ ਦਾ ਪਤਾ ਲੱਗ ਜੇ ਵੀ ਇਹ ਵਜੂਦ 'ਚ ਕਿਵੇਂ ਆਇਆ ਹੈ। ਠੀਕ ਹੈ, ਐਕਟ ਇੱਥੋਂ ਲਾਗੂ ਹੁੰਦਾ ਔਨ ਟਾਈਟਲ ਐਂਡ ਐਕਸਟੈਂਟ ਆਫ ਦਾ ਆਪਰੇਸ਼ਨ ਆਫ ਦਾ ਕੋਡ। ਮਤਲਬ ਜਿਹੜਾ ਇਹ ਐਕਟ ਹੈ, ਇਹ ਕੋਡ ਹੈ, ਇਹ ਪੂਰੇ ਇੰਡੀਆ ਤੇ ਲਾਗੂ ਹੁੰਦਾ ਹੈ। ਠੀਕ ਹੈ ਜੀ। ਸੈਕਸ਼ਨ 2 ਪਨਿਸ਼ਮੈਂਟ, ਸੈਕਸ਼ਨ 2 ਪਨਿਸ਼ਮੈਂਟ ਆਫ ਅਫੈਂਸਸ ਕਮਿਟਡ ਵਿਦ ਇਨ ਇੰਡੀਆ। Section 2 punishment of offences committed within India. Every person shall be liable to punishment under this code. ठीक है, and otherwise of every act or omission. कोई भी काम करता है, कोई omission करता है contrary to the provisions of this act, इस एक्ट के खिलाफ which he shall be guilty within India. ਜੇ ਕੋਈ ਗਲਤੀ ਇੰਡੀਆ ਦੇ ਮਤਲਬ ਇਹਦੇ ਵਿੱਚ ਕੋਈ ਕੰਮ ਕਰਦਾ ਹੈ, ਗਲਤ ਕਰਦਾ ਹੈ, ਤਾਂ ਉਹ ਪੁਨਿਸ਼ੇਬਲ ਹੈਗਾ। ठीक है जी, इस एक्ट के तहत। थर्ड हैगा पनिशमेंट ऑफ ऑफेंसेस कमिटेड बियॉन्ड बट विच लॉ मे बी ट्राइड विद इन इंडिया। वो कहता है कोई भी बंदा कोई गलत काम करता है, कोई एक्ट करता है, गलत करता है, जिहड़ा इंडिया दे विच पनिशेबल हैगा, पर वो बाहर जाके करता है, समुंदर च करता है, किसी जहाज शिप च करता है, या बाहर करता है, किसी हवाई जहाज करता है। Any person liable by any Indian law to be tried for offence committed beyond India shall be dealt with according to the provisions of this code for any act committed beyond India in the same manner as if such act had been committed within India। मतलब जहाज चढ़ के कोई बंदा बाहर देश जा रहा है, ਆਪਾਂ ਕਹਿੰਗੇ ਜੀ ਨਹੀਂ, ਇੱਕ ਇਹ ਤਾਂ ਐਕਟ ਤਾਂ ਉਹਨੇ ਬਾਹਰ ਕੀਤਾ ਹੈ, ਬਾਹਰਲਾ ਐਕਟ ਲਾਗੂ ਹੋਏਗਾ ਨਹੀਂ। ਠੀਕ ਹੈ, ਕੋਈ ਇੰਡੀਅਨ ਬੰਦਾ ਹੈਗਾ, ਉਹਨੇ ਜੋ ਗਲਤ ਕੰਮ ਇੰਡੀਆ ਦੇ ਵਿੱਚ ਕੀਤਾ ਹੁੰਦਾ, ਹੁਣ ਉਹਨੇ ਜਾ ਕੇ ਬਾਹਰ ਕਰ ਦਿੱਤਾ, ਉਹਦੇ ਤੇ ਵੀ ਉਹੀ ਐਕਟ ਲਾਗੂ ਹੋਏਗਾ, ਉਸੇ ਟ੍ਰਾਇਲ ਉਹਦੇ ਅਗੇਂਸਟ ਚਲੇਗਾ। ਨੈਕਸਟ ਹੈਗਾ ਜੀ ਐਕਸਟੈਂਸ਼ਨ ਆਫ ਦਾ ਕੋਡ ਟੂ ਐਕਸਟਰਾ ਟੈਰੀਟੋਰੀਅਲ ਅਫੈਂਸਸ। ਦੇਖੋ the provisions of this code apply also to any offenses committed by any citizen of India। ਕੋਈ ਭਾਰਤ ਦਾ ਵਾਸੀ ਹੈਗਾ in any place विदाउट एंड बियॉन्ड इंडिया, इंडिया तो बाहर है। ठीक है, वही गल दोबारा फिर आ जाती है। सब सेक्शन 2 ਦੇ ਵਿੱਚ ਕੀ ਹੈ, एनी पर्सन ऑन एनी शिप और एयरक्राफ्ट, कोई शिप हैगा ਜਾਂ ਕੋਈ एयरक्राफ्ट हैगा इंडिया ਵਿੱਚ ਰਜਿਸਟਰ ਹੋਇਆ ਹੈ, whichever it may be, that is also punishable within India। फिर एक्सप्लेनेशन कहता है जी दी इन दिस सेक्शन द वर्ड ऑफेंस इंक्लूड्स एवरी एक्ट कमिटेड आउटसाइड इंडिया विच इफ कमिटेड इन इंडिया वुड बी पनिशेबल। जे इंडिया दे विच दोषी है वो, जी इंडिया विच जुर्म है तो बाहर उन्हें कोई किया है तो भी जुर्म मन्निया जाएगा। ठीक है जी, ਇਹਦੇ एग्जांपल ਦਿੱਤੀ ਹੈ ਇੱਕ ਇਹਦੀ ਇਲਿਸਟ੍ਰੇਸ਼ਨ, हु इज आ, ਇਹ ਬੰਦਾ ਇਹਦੀ ਗੱਲ ਕਰ ਰਿਹਾ ਹੈ, ਇਹ ਤੁਹਾਡੇ ਹੈ एग्जांपल हैगी ਤੁਹਾਡੀ बुक ਦੇ ਵਿੱਚ, ਇਹ एग्जांपल हैगी है ए हु इज ए सिटीजन ऑफ इंडिया। ओके, मान लो कोई व्यक्ति कहना इंडिया का सिटीजन हैगा, कमिट से मर्डर इन युगांडा, युगांडा जाके कोई मर्डर कर दिंदा है। ए हु इज ए सिटीजन ऑफ इंडिया commits a murder in Uganda, he can be tried and convicted of murder in any place in India in which he may be found। जिथे भी इंडिया ਦੇ ਵਿੱਚ ਉਹ ਬੰਦਾ ਲੱਭੇਗਾ ਉੱਥੋਂ ਕਰਕੇ ਅੱਗੇ ਭੱਜ ਕੇ ਇੱਥੇ ਆ ਗਿਆ। ਠੀਕ ਹੈ, ਜਿੱਥੇ ਵੀ ਇੰਡੀਆ 'ਚ ਕਿਤੇ ਬੰਦਾ ਮਿਲੇਗਾ ਉਸ ਨੂੰ ਉਹਦੇ ਅਗੇਂਸਟ ਜਿਹੜਾ ਮੁਕੱਦਮਾ ਹੈ, ਟ੍ਰਾਇਲ ਹੈ, ਉੱਥੇ ਚੱਲ ਸਕਦਾ ਹੈ। ਦੈਨ ਸੈਕਸ਼ਨ 5 certain laws not to be affected by this act। कुछ लॉ कहना है ने ये जिन्होंने ये वाला लॉ है जो अफेक्ट नहीं करेगा। मतलब जिवें फौज के नियम ने कुछ बने हुए, एयरफोर्स के बने हुए ने, मिलिटरी के कोई लॉ बने हुए है, उन्होंने पर जो ये लॉ हैगा ये अफेक्ट नहीं करेगा। नथिंग इन दिस एक्ट शैल अफेक्ट द प्रेजेंस ऑफ एनी एक्ट फॉर पुनिशिंग म्यूटनी। कोई बगावत कर रहा कोई फौजी, म्यूटनी एंड डिसर्शन ऑफ ऑफिसर्स, कोई ऑफिसर छड़ के भज जाना किते अपनी ड्यूटी। ठीक है, सोल्जर, सेलर और एयरमैन इन द सर्विस ऑफ द गवर्नमेंट ऑफ इंडिया, गवर्नमेंट की जॉब दौड़ के जो कोई मतलब बगावत कर दिंदा है, जो कोई जॉब छोड़ के विचकार भज जाता है बिना दसे,
or the provisions of any special law or law act, मतलब कि ਉਹਨਾਂ ਦੇ ਉੱਪਰ ਜਿਹੜਾ ਕਾਨੂੰਨ ਹੈ ਉਹ ਫੌਜਦਾ ਹੈ ਉਹੀ ਲੱਗੇਗਾ ਤੇ ਇਹ ਆਈਪੀਸੀ ਨਹੀਂ ਕਹਿੰਦਾ ਉੱਥੇ ਲੱਗੇਗਾ। ਅੱਗੇ ਚੈਪਟਰ 2 ਆ ਗਿਆ ਜੀ ਜਨਰਲ ਐਕਸਪਲੇਨੇਸ਼ਨਸ, मतलब definitions, definition in the code to be understood subject to the exceptions। ਉਹ ਇੱਥੇ ਗੱਲ ਕਹਿ ਰਿਹਾ ਹੈ, ਇਹਦਾ ਮਤਲਬ ਇਹ ਹੈ ਸੈਕਸ਼ਨ 6 ਦਾ ਵੀ ਕਈ ਜਿਹੜੀਆਂ ਐਕਸੈਪਸ਼ਨਸ ਦਿੱਤੀਆਂ ਨੇ ਇਹਦੇ ਵਿੱਚ, ਜਿਵੇਂ ਹੁਣ ਆਪਾਂ ਗੱਲ ਕਰ ਲਈਏ ਮਾਈਨਰ ਦੀ, ਕੋਈ ਐਕਟਸ ਮਾਈਨਰ ਵੱਲੋਂ ਕੀਤੇ ਜਾਂਦੇ ਆ, ਠੀਕ ਹੈ, ਉਹ ਜਗ੍ਹਾ ਜਗ੍ਹਾ ਤੇ ਕਹਿੰਦਾ ਵੀ ਅਸੀਂ ਮਾਈਨਰ ਵਰਡ ਯੂਜ਼ ਨਹੀਂ ਕਰ ਸਕਦੇ, ਨਹੀਂ ਕੀਤਾ ਗਿਆ, ਕੋਈ ਜੁਰਮ ਹੋਇਆ, ਚਾਹੇ ਉਹ ਇੰਜਰੀ ਹੋਈ, ਠੀਕ ਹੈ, ਅਡਲਟਰੀ ਹੋਈ, ਕੁਝ ਵੀ ਹੋਇਆ, ਉਹ ਕਹਿੰਦਾ ਜਗ੍ਹਾ ਜਗ੍ਹਾ ਤੇ ਜਿਹੜੀ ਇੱਕ ਜਗ੍ਹਾ ਤੇ ਐਕਸੈਪਸ਼ਨ ਦੇਤੀ ਉਹ ਹਰ ਥਾਂ ਤੇ ਲਾਗੂ ਹੋਏਗੀ। ਜਨਰਲ ਐਕਸੈਪਸ਼ਨ ਜਿਹੜੀ ਹੈਗੀਆਂ ਨੇ ਉਹ ਸਾਰੇ ਕਾਨੂੰਨ 'ਚ ਲਾਗੂ ਹੋਣਗੀਆਂ, ਸਾਰੀ ਬੁੱਕ ਤੇ ਲਾਗੂ ਹੋਣਗੀਆਂ। ਜਿਵੇਂ ਇਹਨੇ ਐਗਜ਼ਾਮਪਲ ਦਿੱਤੀ ਹੈ, the sections in this code which certain definitions of the offences do not express that a child under 7 years of the age cannot commit such offence। ਉਹਨੇ 7 ਈਅਰ ਦੀ ਗੱਲ ਕਰਤੀ ਵੀ ਜੇ ਕੋਈ ਬੱਚਾ 7 ਸਾਲ ਤੋਂ ਛੋਟਾ ਹੈਗਾ ਕਿਤੇ offense commit ਕਰਦਾ ਹੈ, but the definitions are to be understood subject to the general exceptions। ਇਹ general exception ਮੰਨੀ ਜਾਏਗੀ, ਇਹ ਹਰ ਥਾਂ ਤੇ ਲਾਗੂ ਹੋਏਗੀ, which provides that nothing shall be an offence which is done by a child under the 7 years of age। ਮਤਲਬ ਹਰ ਸੈਕਸ਼ਨ ਦੇ ਵਿੱਚ, ਹਰ ਐਕਟ ਦੇ ਵਿੱਚ, ਹਰ ਉਹਦੇ ਵਿੱਚ ਦੇਣ ਦੀ ਜ਼ਰੂਰਤ ਨਹੀਂ ਵਾਰ-ਵਾਰ, ਇਹ ਜਨਰਲ ਐਕਸੈਪਸ਼ਨ ਹੈਗੀ ਹੈ। ਇਹਦੀ ਬੀ ਐਗਜ਼ਾਮਪਲ ਕੀ ਹੈ, ਜਿਵੇਂ ਕੋਈ ਪੁਲਿਸ ਆਫੀਸਰ ਹੈ, ਠੀਕ ਹੈ ਜੀ, ਵਿਦਆਊਟ ਵਾਰੰਟ ਐਪਰੀਹੈਂਡ ਜੈਡ ਨੂੰ ਫੜ ਲੈਂਦਾ ਬਿਨਾਂ ਵਾਰੰਟਾਂ ਤੋਂ, ਠੀਕ ਹੈ ਜੀ, ਹੂ ਹੈਜ਼ ਕਮਿਟਡ ਮਰਡਰ, ਜਿਸ ਬੰਦੇ ਨੇ ਕਿਸੇ ਨੇ ਮਰਡਰ ਕੀਤਾ ਸੀਗਾ ਉਹਨੂੰ ਅਰੈਸਟ ਕਰ ਲੈਂਦਾ ਵਿਦਆਊਟ ਐਨੀ ਵਾਰੰਟ, ਹੇਅਰ ਇਜ਼ ਨਾਟ ਗਿਲਟੀ ਆਫ ਦਾ ਅਫੈਂਸ। ਇੱਥੇ ਕੀ ਹੈ, ਜਿਹੜਾ ਇਹ ਹੈ ਮਤਲਬ ਕਿ ਪੁਲਿਸ ਆਫੀਸਰ ਇਜ਼ ਨਾਟ ਗਿਲਟੀ ਆਫ ਦਾ ਅਫੈਂਸ ਆਫ ਰੌਂਗਫੁਲ ਕਨਫਾਈਨਮੈਂਟ। ਉਹਨੂੰ ਇਹ ਨਹੀਂ ਕਹਿ ਸਕਦੇ ਵੀ ਤੂੰ ਗਲਤ ਬੰਦੇ ਨੂੰ ਅਰੈਸਟ ਕੀਤਾ ਹੈ, ਕਿਉਂਕਿ ਜਿਹੜੇ ਕੁਝ ਐਕਟ ਹੁੰਦੇ ਨੇ ਇਦਾਂ ਦੇ ਜਿਨ੍ਹਾਂ ਦੇ ਵਿੱਚ ਕੀ ਹੈਗਾ, ਇਹ ਨਾਨ ਅਵੇਲੇਬਲ ਹੁੰਦੇ ਨੇ ਤੇ ਇਹਦੇ ਵਿੱਚ ਜਿਹੜਾ ਵਾਰੰਟ ਹੈਗਾ ਵਾਰੰਟ ਲੈਣ ਦੀ ਲੋੜ ਨਹੀਂ ਪੈਂਦੀ। ਇਸ ਕਰਕੇ ਪੁਲਿਸ ਆਫੀਸਰ ਨੇ ਆਪਣੀ ਡਿਊਟੀ ਨਿਭਾਈ ਹੈ, ਉਹਨੇ ਵਿਦਆਊਟ ਵਾਰੰਟ ਕਿਸੇ ਨੂੰ ਅਰੈਸਟ ਕੀਤਾ ਮਰਡਰਰ ਨੂੰ, ਤੇ ਦੈਨ ਉਸ ਨੂੰ ਇਹ ਨਹੀਂ ਕਹਿ ਸਕਦੇ ਵੀ ਇਹ ਗਿਲਟੀ ਹੈਗਾ ਜਿਹੜਾ ਆਫੀਸਰ ਹੈ। ਫਾਰ ਹੀ ਹੈਜ਼ ਬਾਉਂਡ ਬਾਈ ਲਾਅ ਟੂ ਐਪਰੀਹੈਂਡ ਜੈਡ ਐਂਡ ਦੇਅਰਫੋਰ ਦ ਕੇਸ ਫਾਲਸ ਵਿਦਿਨ ਦ ਜਨਰਲ ਐਕਸੈਪਸ਼ਨਸ। ਇਹ ਜਨਰਲ ਐਕਸੈਪਸ਼ਨ ਹੈ, ਠੀਕ ਹੈ, ਜਿੱਥੇ ਮਤਲਬ ਕਹਿਣ ਦਾ ਭਾਵ ਇਹ ਹੈ ਜਿੱਥੇ ਕੋਈ ਆਫੀਸਰ ਆਪਣੀ ਡਿਊਟੀ ਕਰਨ ਦੇ ਲਈ ਜ਼ਿੰਮੇਵਾਰ ਹੈਗਾ, ਉਹ ਆਪਣੀ ਡਿਊਟੀ ਨਿਭਾਉਂਦਾ ਹੈ, ਠੀਕ ਹੈ, ਤਾਂ ਉੱਥੇ ਜਿਹੜੀਆਂ ਜਨਰਲ ਐਕਸੈਪਸ਼ਨਸ ਹੈਗੀਆਂ ਨੇ ਵੀ ਉਹਨੂੰ ਅਸੀਂ ਦੋਸ਼ੀ ਡਿਕਲੇਅਰ ਨਹੀਂ ਕਰ ਸਕਦੇ ਇਸ ਐਕਟ ਦੇ ਵਿੱਚ। ਇਹ ਜਿਵੇਂ ਕਿ ਆਪਾਂ ਲੈਂਡ ਲਾਅ 'ਚ ਪੜ੍ਹ ਕੇ ਗਏ ਹਾਂ, ਪਟਵਾਰੀ, ਕਾਨੂੰਗੋ ਹਲਕਾ, ਰੈਵਨਿਊ ਆਫੀਸਰਸ ਆਪਣੀ ਡਿਊਟੀ ਨਿਭਾਉਂਦੇ ਨੇ, ਤਾਂ ਉਹਦੇ 'ਤੇ ਵੀ ਆਪਾਂ ਇੱਕ ਸੈਕਸ਼ਨ ਪੜ੍ਹਿਆ ਸੀਗਾ ਵੀ ਤਾਂ ਕਿ ਉਹਨਾਂ ਦੇ ਖਿਲਾਫ ਕੋਈ ਮੁਕੱਦਮਾ ਜਿਹੜਾ ਹੈਗਾ ਦਾਇਰ ਨਹੀਂ ਕੀਤਾ ਜਾ ਸਕਦਾ। ਜਿਵੇਂ ਸੈਕਸ਼ਨ 158 ਪੜ੍ਹੀ ਹੈ, ਸਿਵਲ ਕੋਰਟ ਇੰਟਰਫੀਅਰ ਨਹੀਂ ਕਰ ਸਕਦੀ। ਨੈਕਸਟ ਹੈ ਸੈਕਸ਼ਨ 7 ਸੈਂਸ ਆਫ ਐਕਸਪ੍ਰੈਸ਼ਨ ਵਨਸ ਐਕਸਪਲੇਨਡ। ਉਹ ਕਹਿੰਦੇ ਜਦੋਂ ਇੱਕ ਵਾਰੀ ਅਸੀਂ ਐਕਸਪਲੇਨੇਸ਼ਨ ਦੇ ਦਿੱਤੀ ਤਾਂ ਬਾਰ-ਬਾਰ ਉਹ ਅੰਡਰਸਟੂਡ ਹੈਗਾ ਵੀ ਹਰ ਥਾਂ ਤੇ ਲਾਗੂ ਹੋਏਗੀ। ਐਵਰੀ ਐਕਸਪ੍ਰੈਸ਼ਨ ਵਿਚ ਇਜ਼ ਐਕਸਪਲੇਨਡ ਇਨ ਐਨੀ ਪਾਰਟ ਆਫ ਦਾ ਕੋਡ ਇਜ਼ ਯੂਜ਼ਡ ਐਵਰੀ ਪਾਰਟ ਆਫ ਦਾ ਕੋਡ ਇਨ ਦਾ ਕਨਫਰਮਿਟੀ ਵਿਦ ਦਾ ਐਕਸਪਲੇਨੇਸ਼ਨ। ਵੀ ਜਿਹੜੀ ਐਕਸਪਲੇਨੇਸ਼ਨ ਇੱਕ ਵਾਰੀ ਕਲੀਅਰ ਹੋ ਗਈ ਉਹ ਹਰ ਥਾਂ ਤੇ ਉਹੀ ਸਮਝੀ ਜਾਏਗੀ, ਉਹਨੂੰ ਐਜ਼ ਏ ਬਾਰ-ਬਾਰ ਐਕਸਪਲੇਨ ਕਰਨ ਦੀ ਲੋੜ ਨਹੀਂ ਹੈਗੀ ਹੈ। ਦੈਨ ਜੈਂਡਰ ਕੀ ਹੈ, ਜੈਂਡਰ ਪਤੀ ਆਪਾਂ ਨੂੰ ਦਾ ਪ੍ਰੋਨਾਉਨ ਹੀ ਐਂਡ ਇਟਸ ਡੈਰੀਵੇਟਿਵਸ ਆਰ ਯੂਜ਼ਡ ਆਫ ਐਨੀ ਪਰਸਨ ਵੈਦਰ ਮੇਲ ਔਰ ਫੀਮੇਲ। ਜੈਂਡਰ ਮੇਲ ਹੋ ਸਕਦਾ ਹੈ, ਫੀਮੇਲ ਹੋ ਸਕਦਾ ਹੈ, ਠੀਕ ਹੈ ਜੀ। ਨੰਬਰ ਆਪਾਂ ਨੂੰ ਪਤਾ ਹੈ ਪਲੂਰਲ ਹੋ ਸਕਦੇ ਨੇ, ਸਿੰਗੂਲਰ ਹੋ ਸਕਦੇ ਨੇ। ਅੱਗੇ ਦੱਸ ਹੈਗਾ ਜੀ ਮੈਨ ਵੂਮੈਨ, ਇਹ ਵੀ ਆਪਾਂ ਨੂੰ ਪਤਾ ਹੈ मैन वुमेन की है। द वर्ड्स मैन डिनोट्स ए फीमेल ह्यूमन, फीमेल ह्यूमन ਨੂੰ मैन डिनोट्स ए मेल ह्यूमन ਨੂੰ मैन ਕਿਹਾ ਜਾਂਦਾ ਹੈ, फीमेल ह्यूमन ਨੂੰ ਕਿਹਾ ਜਾਂਦਾ ਹੈ फीमेल। पर्सन देखो पर्सन थोड़ा ਜਿਹਾ ਇਹ ਟੈਕਨੀਕਲ ਵਰਡ ਹੈਗਾ। पर्सन ਦੇ ਵਿੱਚ ਕਿਹੜੀ ਹੈਗਾ, ਇਹ ਵਿਅਕਤੀ पर्सन मैन ਵੀ ਹੋ ਸਕਦਾ ਹੈ, वुमेन ਵੀ ਹੋ ਸਕਦੀ ਹੈ, फैमिली भी हो सकती है, ठीक है, कंपनी भी हो सकती है, कोई एसोसिएशन भी हो सकती है, बॉडी ऑफ द पर्सन भी हो सकती है, ठीक है। ਇਹਨੂੰ ਪਰਸਨ ਦੀ ਪਰਿਭਾਸ਼ਾ ਅਸੀਂ ਕਹਿੰਦੇ ਹਾਂ, ਜਿਵੇਂ ਕਿ ਆਪਾਂ ਲੈਂਡ ਲਾਅ 'ਚ ਪੜ੍ਹ ਕੇ ਹਟੇ ਹਾਂ, ਲੈਂਡ ਰਿਫਾਰਮਸ ਐਕਟ ਵੀ ਪੜ੍ਹ ਕੇ ਹਟੇ ਹਾਂ। ਜਿਹੜਾ ਪਰਸਨ ਹੈ, ਫੈਮਿਲੀ ਹੈ, ਉਹ ਇੱਕ ਪਰਸਨ ਹੈ ਜਿਹਦੀ ਜ਼ਮੀਨ ਅਕਵਾਇਰ ਹੁੰਦੀ ਹੈ, ਐਸੋਸੀਏਸ਼ਨ ਹੈ, ਕੰਪਨੀ ਹੈ, ਠੀਕ ਹੈ ਜੀ। ਦੈਨ ਪਬਲਿਕ ਦੀ ਪਰਿਭਾਸ਼ਾ ਦਿੱਤੀ ਗਈ ਹੈ। ਇਹ ਦੇਖੋ ਡੈਫੀਨੇਸ਼ਨ ਕਲਾਸ ਹੈ, ਤੁਹਾਨੂੰ ਡੈਫੀਨੇਸ਼ਨ ਵੀ ਕੁਐਸਚਨ ਆ ਸਕਦੇ ਨੇ।
The word public includes any class of the public or any community. किसी भी क्लास की किसी भी कम्युनिटी की जी पब्लिक ਉਹਨੂੰ पब्लिक कहांगे। कोई इनकी परिभाषा खत्म कर दी क्योंकि हम इंडिया आज़ाद हो गया सीगा। सर्वेंट ऑफ द गवर्नमेंट denotes any officer or servant continuous appointed or employed in India or under the authority of the government। ਜਿਹੜਾ गवर्नमेंट ਦੀ ਚਾਹੇ सेंट्रल गवर्नमेंट ਹੋਵੇ स्टेट गवर्नमेंट ਹੋਵੇ, ठीक है, कोई भी इंप्लाइज है कोई भी ऑफिसर्स है ਉਹਨੂੰ ਆਪਾਂ ਸਰਵੈਂਟ ਆਫ ਦਾ ਗਵਰਨਮੈਂਟ ਕਹਿੰਦੇ ਆ। ਬ੍ਰਿਟਿਸ਼ ਇੰਡੀਆ ਇਹ ਖਤਮ ਹੋ ਗਿਆ ਜਦੋਂ ਅੰਗਰੇਜ਼ਾਂ ਦਾ ਜ਼ਮਾਨਾ ਸੀਗਾ ਤਾਂ ਇੰਡੀਆ ਨੂੰ ਬ੍ਰਿਟਿਸ਼ ਇੰਡੀਆ ਕਿਹਾ ਜਾਂਦਾ ਸੀਗਾ, ਠੀਕ ਹੈ ਜੀ। ਇਦਾਂ ਦੀ ਜਦੋਂ ਵਿਰੋਧ ਹੋਏ ਤਾਂ 1937 ਦੇ ਵਿੱਚ ਇਹਨਾਂ ਨੇ ਇਹ ਜਿਹੜਾ ਕਲੌਜ਼ ਹੈਗਾ ਇਹਨੂੰ ਰਿਪੀਲ ਕਰ ਦਿੱਤਾ। ਇਸ ਤਰ੍ਹਾਂ ਹੀ ਗਵਰਨਮੈਂਟ ਆਫ ਇੰਡੀਆ ਇਹ ਵੀ 1937 ਦੇ ਵਿੱਚ ਅੰਗਰੇਜ਼ਾਂ ਵੱਲੋਂ ਡਿਲੀਟ ਕਰ ਦਿੱਤਾ ਗਿਆ। ਅੱਗੇ ਗਵਰਨਮੈਂਟ ਆ ਗਈ। ਗਵਰਨਮੈਂਟ ਵਿੱਚ ਕੀ ਕਿਹਾ ਹੈ? ਸੈਕਸ਼ਨ 16 स्टेट गवर्नमेंट भी हो सकती है, सेंट्रल गवर्नमेंट भी हो सकती है, स्टेट गवर्नमेंट कोई भी हो सकती है, ठीक है जी। देन इंडिया मींस द टेरिटरी ऑफ इंडिया एक्सक्लूडिंग द स्टेट ऑफ जम्मू एंड कश्मीर कर देता है इसने, ये पहले तो चले आ रहा है। देन जजेस की है, जज की डेफिनेशन दी है, जज की डेफिनेशन आने तो ये लिख देनी है ਇਹਦੇ ਵਿੱਚ। The word judge denotes not only every person who is officially designated as a judge। ਇਹ ਕਹਿੰਦਾ ਵੀ ਜੇ ਕੋਈ ਜੱਜ ਹੈ ਜਿਵੇਂ ਜੁਡੀਸ਼ੀਅਲ ਹੈ ਜੱਜ ਹੈ, ਠੀਕ ਹੈ, ਮੈਜਿਸਟ੍ਰੇਟਸ ਹੁੰਦੇ ਨੇ ਵੀ ਇਕੱਲੇ ਅਸੀਂ ਉਹਨਾਂ ਨੂੰ ਹੀ ਜੱਜ ਨਹੀਂ ਕਹਿ ਸਕਦੇ। ਇਸ ਤੋਂ ਇਲਾਵਾ ਜੇ ਕਿਸੇ ਹੋਰ ਆਫੀਸਰ ਨੂੰ ਜੁਡੀਸ਼ੀਅਲ ਪਾਵਰ ਦਿੱਤੀਆਂ ਜਾਂਦੀਆਂ ਨੇ, ਕਿਸੇ ਹੋਰ ਆਫੀਸਰ ਨੂੰ ਜੁਡੀਸ਼ੀਅਲ ਪਾਵਰ ਦਿੱਤੀ ਜਾਂਦੀ ਹੈ ਸਟੇਟ ਗਵਰਨਮੈਂਟ ਵੱਲੋਂ, ਤਾਂ ਉਹ ਵੀ ਜੱਜ ਦੀ ਪਰਿਭਾਸ਼ਾ 'ਚ ਆ ਜਾਂਦਾ ਹੈ। ਇਸੇ ਤਰ੍ਹਾਂ ਹੀ ਪੰਚਾਇਤ ਹੈ, ਜਿਹੜੀ ਗ੍ਰਾਮ ਪੰਚਾਇਤ ਹੈ, ਕੋਈ ਬੋਡੀ ਹੈ, वो भी जज की परिभाषा। हु इज द empowered by law to give in any legal proceedings civil or criminal a definite judgment or judgment which not appealed against। कोई जजमेंट ਦਿੱਤੀ ਜਾਂਦੀ ਹੈ ਕਿਸੇ ਬੋਡੀ ਵੱਲੋਂ, ਅਪੀਲੇਬਲ ਹੋਵੇ ਚਾਹੇ ਅਪੀਲੇਬਲ ਨਾ ਹੋਵੇ, ਤਾਂ ਉਹ ਜੱਜ ਦੀ ਪਰਿਭਾਸ਼ਾ 'ਚ ਆ ਜਾਂਦਾ ਹੈ। ਹੂ ਇਜ਼ ਵਨ ਆਫ ਏ ਬੋਡੀ ਔਰ ਪਰਸਨਸ, ਕਿਸੇ ਵਿਅਕਤੀ ਦੀ ਕੋਈ ਬੋਡੀ ਬਣੀ ਹੋਈ ਹੈ, 5 ਮੈਂਬਰੀ ਕਮੇਟੀ 4 ਮੈਂਬਰੀ ਕਮੇਟੀ ਵਿੱਚ ਬੋਡੀ ਆਫ ਦ ਪਰਸਨ ਇਜ਼ empowered by law to give such a judgment। ਉਹਨੂੰ ਕੋਈ ਕਾਨੂੰਨ ਦਿੱਤਾ, ਉਹਨੂੰ ਅਧਿਕਾਰ ਦਿੱਤਾ ਸਟੇਟ ਗਵਰਨਮੈਂਟ ਵੱਲੋਂ ਤੁਸੀਂ ਆਹ ਡਿਸਾਈਡ ਕਰਨਾ ਹੈ। ਮਤਲਬ ਕਿ ਕੋਡ ਜਿਹੜਾ ਹੈਗਾ ਸਿਵਲ ਕੋਡ ਦੇ ਅਧੀਨ ਉਹਨੂੰ ਕੋਈ ਪਾਵਰਾਂ ਦਿੱਤੀਆਂ ਜਾਂਦੀਆਂ ਨੇ, ਤਾਂ ਉਹ ਵੀ ਜੱਜ ਦੀ ਪਰਿਭਾਸ਼ਾ 'ਚ ਆ ਜਾਂਦੇ ਨੇ। ਫਿਰ ਇਹਦੀਆਂ ਐਗਜ਼ਾਮਪਲ ਦਿੱਤੀਆਂ ਗਈਆਂ ਨੇ 2-3, ਇਹ ਵੀ ਪੜ੍ਹ ਲੈਣੇ ਆ। ਕਲੈਕਟਰ, ਐਗਜ਼ਾਮਪਲ A, ਕਲੈਕਟਰ ਐਕਸਰਸਾਈਜ਼ਿੰਗ ਜੁਰਿਸਡਿਕਸ਼ਨ ਇਨ ਏ ਸੂਟ ਅੰਡਰ ਐਕਟ 10 of 1859 ਇਜ਼ ਏ ਜੱਜ। ਕਲੈਕਟਰ ਨੂੰ ਵੀ ਜੱਜ ਕਿਹਾ ਜਾ ਸਕਦਾ ਹੈ। ਫਿਰ ਇੱਦਾਂ ਹੈ ਮੈਜਿਸਟ੍ਰੇਟ B, ਐਗਜ਼ਾਮਪਲ B, ਮੈਜਿਸਟ੍ਰੇਟ ਐਕਸਰਸਾਈਜ਼ਿੰਗ ਜੁਰਿਸਡਿਕਸ਼ਨ ਇਨ ਰਿਸਪੈਕਟ ਆਫ ਦ ਚਾਰਜ ਔਨ ਵਿਚ ਹੀ ਹੈਜ਼ ਪਾਵਰ ਟੂ ਸੈਂਟੈਂਸ ਟੂ ਫਾਈਨ। ਕਿਸੇ ਵੀ ਜਿਹੜਾ ਕੋਈ ਮੈਜਿਸਟ੍ਰੇਟ ਹੈ ਕਿਸੇ ਨੂੰ ਕੋਈ ਚਾਰਜ ਫਾਈਨ ਕਰ ਸਕਦਾ ਹੈ, ਸੈਂਟੈਂਸ ਕਰ ਸਕਦਾ ਹੈ ਵਿਦਆਊਟ ਅਪੀਲ ਹੁੰਦੀ ਹੋਵੇ ਚਾਹੇ ਨਾ ਹੁੰਦੀ ਹੋਵੇ, ਉਹ ਵੀ ਉਹਨੂੰ ਜੱਜ ਕਿਹਾ ਜਾ ਸਕਦਾ ਹੈ। ਮੈਂਬਰ ਆਫ ਏ ਪੰਚਾਇਤ, ਅ ਮੈਂਬਰ ਆਫ ਏ ਪੰਚਾਇਤ ਵਿਚ ਹੈਜ਼ ਪਾਵਰ ਅੰਡਰ ਰੈਗੂਲੇਸ਼ਨ 1816 ਮਦਰਾਸ ਦੀ ਗੱਲ ਕੀਤੀ ਇੱਥੇ ਇਸਨੇ, ਟੂ ਟਰਾਈ ਐਂਡ ਡਿਟਰਮਿਨ ਸੂਟਸ, ਕੋਈ ਮੁਕੱਦਮੇ ਨੂੰ ਫੈਸਲਾ ਕਰਨ ਦੇ ਲਈ ਪਾਵਰ ਦਿੱਤੀ ਜਾਂਦੀ ਪੰਚਾਇਤ ਨੂੰ। ਤਾਂ ਜਿਹੜੇ ਪੰਚਾਇਤ ਦੇ ਮੈਂਬਰ ਹੁੰਦੇ ਨੇ ਉਹ ਵੀ ਜੱਜ ਦੀ ਪਰਿਭਾਸ਼ਾ 'ਚ ਆਉਂਦੇ ਆ। ਇਸੇ ਤਰ੍ਹਾਂ ਮੈਜਿਸਟ੍ਰੇਟ ਐਕਸਰਸਾਈਜ਼ਿੰਗ ਜੁਰਿਸਡਿਕਸ਼ਨ ਇਨ ਰਿਸਪੈਕਟ ਆਫ ਚਾਰਜ, ਜੁਡੀਸ਼ੀਅਲ ਪਾਵਰਸ ਦਿੱਤੀਆਂ ਗਈਆਂ ਨੇ ਕਿਸੇ ਮੈਜਿਸਟ੍ਰੇਟ ਨੂੰ ਰਿਸਪੈਕਟ ਆਫ ਚਾਰਜ ਔਨ ਵਿਚ he has power only to commit for trial to another court is not a judge। ਉਹ ਕਹਿੰਦਾ ਜੇ ਕਿਸੇ ਮੈਜਿਸਟ੍ਰੇਟ ਕੋਲੇ ਕੋਈ ਪਾਵਰਸ ਹੈਗੀਆਂ ਨੇ ਪਰ ਉਹ ਆਪ ਡਿਸਾਈਡ ਨਹੀਂ ਕਰਦਾ ਕੇਸ ਨੂੰ, ਕੋਰਟ ਕੇਸ ਨੂੰ, ਉਹਦੇ ਕੋਲ ਸਿਰਫ ਇੰਨਾ ਕਹਿ ਵੀ ਉਹ ਫਰਦਰ ਕਿਸੇ ਕੋਰਟ ਨੂੰ ਹੋਰ ਨੂੰ ਭੇਜਦਾ ਹੈ, ਜਿਹੜੀ ਕੋਰਟ ਡਿਸਾਈਡ ਕਰੇਗੀ ਉਹੀ ਜੱਜ ਕਹਿਲਾਏਗੀ। ਪਰ ਜੇ ਇੱਕ ਫਾਰਵਰਡ ਕਰਨ ਵਾਲਾ ਆਫੀਸਰ ਉਹ ਜੱਜ ਦੀ ਪਰਿਭਾਸ਼ਾ 'ਚ ਨਹੀਂ ਆਉਂਦਾ। ਨੈਕਸਟ ਸੈਕਸ਼ਨ 20, ਕੋਰਟ ਆਫ ਜਸਟਿਸ। ਕੋਰਟ ਆਫ ਜਸਟਿਸ ਕੀ ਹੈ? ਉਹ ਕੋਰਟ ਜਿਹੜੀ ਫੈਸਲਾ ਕਰਦੀ ਹੈ, ਇਨਸਾਫ ਕਰਦੀ ਹੈ। The words court of justice denotes a judge who is empowered by law to act judicially alone, or a body of the judges which is empowered by law to act judicially as a body। judicial powers ਜਿਹਨੂੰ ਦਿੱਤੀਆਂ ਜਾਂਦੀਆਂ ਨੇ ਉਹਨੂੰ ਕੋਰਟ ਆਫ ਜਸਟਿਸ ਵੀ ਕਹਿੰਦੇ ਨੇ ਅਸੀਂ। when such judge or body of judges is acting judicially, ਜੁਡੀਸ਼ੀਅਲੀ ਤੌਰ ਤੇ ਕੋਈ ਜਿਹੜੀ ਬੋਡੀ ਹੈ ਜਾਂ ਜੱਜ, ਮਤਲਬ ਕਿ ਇੱਕ ਮੈਂਬਰ ਦਾ ਜੱਜ ਹੈ ਜਾਂ 2 ਮੈਂਬਰੀ 3 ਮੈਂਬਰੀ ਕਮੇਟੀ ਹੈ ਜੱਜ ਹੈਗਾ, ਤਾਂ ਉਸਨੂੰ ਕੋਰਟ ਆਫ ਜਸਟਿਸ ਕਿਹਾ ਜਾਂਦਾ ਹੈ। ਐਗਜ਼ਾਮਪਲ ਦੇਖੋ ਕਿਆ ਹੈ ਇਸੇ
ਕੋਰਟ ਆਫ ਜਸਟਿਸ ਕਿਹੜੀ ਹੋ ਸਕਦੀ ਹੈ? ਐਗਜ਼ਾਮਪਲ 'ਚ ਕਿਹਾ ਹੈ, ਕਹਿੰਦਾ ਆ ਪੰਚਾਇਤ ਐਕਟਿੰਗ ਅੰਡਰ ਰੈਗੂਲੇਸ਼ਨ 7 1816 ਮਦਰਾਸ ਦਾ ਕੋਈ ਕੋਡ ਬਣਿਆ ਪਿਆ ਹੈਗਾ, ਸਟੇਟ ਗਵਰਨਮੈਂਟ ਦਾ ਕੋਈ ਕੋਡ ਹੈ, ਮਦਰਾਸ ਕੋਡ, ਹੈਵਿੰਗ ਪਾਵਰ ਟੂ ਟਰਾਈ ਐਂਡ ਡਿਟਰਮਿਨ ਸੂਟਸ ਇਜ਼ ਏ ਕੋਰਟ ਆਫ ਜਸਟਿਸ। ਮਦਰਾਸ ਦੇ ਵਿੱਚ 1816 ਕੋਈ ਰੈਗੂਲੇਸ਼ਨ ਬਣਾਇਆ ਹੋਇਆ, ਉਹਦੇ ਵਿੱਚ ਕੋਈ ਪਾਵਰ ਦਿੱਤੀਆਂ ਗਈਆਂ ਨੇ ਕੋਰਟ ਨੂੰ, ਉਸਨੂੰ ਪੰਚਾਇਤ ਨੂੰ, ਜਿਹਦੇ ਅਧੀਨ ਉਹ ਫੈਸਲਾ ਕਰਦੇ ਆ ਸੂਟਸ ਦਾ ਮੁਕੱਦਮਾ ਡਿਗਰੀ ਕਰਦੇ ਆ, ਤਾਂ ਉਸਨੂੰ ਕੋਰਟ ਆਫ ਜਸਟਿਸ ਕਹਿ ਸਕਦੇ ਆ। ਦੈਨ ਸੈਕਸ਼ਨ 21 ਪਬਲਿਕ ਸਰਵੈਂਟ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਪਬਲਿਕ ਸਰਵੈਂਟ ਜੀ ਕਲੈਕਟਰ ਡਿਸਟ੍ਰਿਕਟ ਮੈਜਿਸਟ੍ਰੇਟ ਹੈ ਜੀ, ਕਮਿਸ਼ਨਰ ਜਿਹੜਾ ਡਿਸਟ੍ਰਿਕਟ ਮੈਜਿਸਟ੍ਰੇਟ ਦੀ ਪਾਵਰ ਹੈ, ਕੀ ਉਹ ਕੋਰਟ ਆਫ ਜਸਟਿਸ ਦੇ ਵਿੱਚ ਵੀ ਆਉਂਦਾ? ਜਦੋਂ ਜੁਡੀਸ਼ਰੀ ਪਾਵਰ ਯੂਜ਼ ਕਰੇਗਾ, ਜੀ ਜਦੋਂ ਜੁਡੀਸ਼ੀਅਲ ਪਾਵਰ ਸਪੈਸ਼ਲ ਕਹਿਤੇ, ਜਦੋਂ ਜੁਡੀਸ਼ੀਅਲ ਪਾਵਰ ਯੂਜ਼ ਕੀਤੀਆਂ ਜਾਂਦੀਆਂ ਨੇ ਕਿਸੇ ਕੋਰਟ ਦੇ ਕਿਸੇ ਫੈਸਲੇ ਨੂੰ, ਕਿਸੇ ਮੁਕੱਦਮੇ ਨੂੰ ਦੀ ਸੁਣਵਾਈ ਕਰਕੇ ਜਦੋਂ ਉਹ ਜੱਜਮੈਂਟ ਦੇਵੇਗਾ, ਠੀਕ ਹੈ, ਤਾਂ ਉਹ ਜੁਡੀਸ਼ੀਅਲ ਕੋਰਟ, ਜਿੱਦਾਂ ਮਤਲਬ ਕਿਹੜੇ ਕੇਸ ਦੇ ਵਿੱਚ ਇਹਨੂੰ ਕੋਰਟ ਆਫ ਜਸਟਿਸ ਚ ਲਿਆਓ? ਕ੍ਰਿਮੀਨਲ ਮੁਕੱਦਮਾ ਚੱਲੇਗਾ ਉਹਦੇ ਕੋਲੇ ਕੋਈ, ਜਿੱਦਾਂ ਕੋਰਟ ਆਫ ਠੀਕ ਹੈ, ਹਾਂ ਠੀਕ ਹੈ ਜੀ। ਕਮਿਸ਼ਨ ਪਬਲਿਕ ਸਰਵੈਂਟ ਦਾ ਆਪਾਂ ਸਾਰਿਆਂ ਨੂੰ ਪਤਾ ਹੈ, ਪਬਲਿਕ ਸਰਵੈਂਟ ਆਪਾਂ ਸਾਰੇ ਜਿੰਨੇ ਵੀ ਗਵਰਨਮੈਂਟ ਆਫੀਸਰਸ ਇੰਪਲਾਈਜ਼ ਜਿੰਨੇ ਵੀ ਹੁੰਦੇ ਆ, ਜਿਹਦੇ ਕੋਲੇ ਸਰਕਾਰ ਪਬਲਿਕ ਦੇ ਹਿੱਤ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਸਾਰੇ, ਇੱਥੇ ਇਹਨਾਂ ਨੂੰ ਪਬਲਿਕ ਸਰਵੈਂਟ ਕਿਹਾ ਜਾਂਦਾ ਹੈ। ਪਬਲਿਕ ਸਰਵੈਂਟ denotes a person falling under any of the descriptions herein after following namely, ਆ ਥੱਲੇ ਕੁਝ ਦੱਸੇ ਗਏ ਨੇ, ਫਸਟ ਸੈਕੰਡ ਥਰਡ ਫੋਰਥ, ਇਹ ਜਿਹੜੇ ਪਬਲਿਕ ਸਰਵੈਂਟ ਹੋ ਸਕਦੇ ਨੇ ਕਿਹੜੇ ਕਿਹੜੇ? ਕਮਿਸ਼ਨਡ ਆਫੀਸਰ, ਮਿਲਟਰੀ ਦੇ ਵਿੱਚ, ਨਾਵਲ ਵਿੰਗ, ਏਅਰ ਦੇ ਵਿੱਚ, ਏਅਰ ਫੋਰਸ ਦੇ ਵਿੱਚ, ਐਵਰੀ ਜੱਜ, ਥਰਡ ਦੇ ਵਿੱਚ ਐਵਰੀ ਜੱਜ ਹੈ, ਇਹ ਵੀ ਪਬਲਿਕ ਆਫੀਸਰ ਹੈ, ਪਬਲਿਕ ਸਰਵੈਂਟ ਹੈ, ਸੌਰੀ, ਆਫਿਸਰ ਆਫ ਕੋਰਟ ਆਫ ਜਸਟਿਸ, ਕਿਸੇ ਵੀ ਕੋਰਟ ਦਾ ਜਿਹੜਾ ਕੋਈ ਜਸਟਿਸ ਹੈ, ਕੋਰਟ ਆਫ ਜਸਟਿਸ ਦਾ ਕੋਈ ਵੀ ਆਫਿਸਰ ਹੈ, ਠੀਕ ਹੈ, ਉਹ ਵੀ ਪਬਲਿਕ ਸਰਵੈਂਟ ਹੁੰਦਾ ਹੈ। ਜਿਵੇਂ ਕਿ ਲਿਕੁਇਡੇਟਰ, ਰਿਸੀਵਰ, ਕਮਿਸ਼ਨਰ। ਲਿਕੁਇਡੇਟਰ ਕੀ ਹੁੰਦਾ ਹੈ? ਲਿਕੁਇਡੇਟਰ ਉਹਨੂੰ ਕਹਿੰਦੇ ਆਪਾਂ ਅਸੀਂ ਜਦੋਂ ਕੋਈ ਕੰਪਨੀ ਹੈ, ਕੰਪਨੀ ਡਿਸੋਲਵ ਹੋ ਰਹੀ ਹੈ, ਬੰਦ ਹੋ ਰਹੀ ਹੈ, ਕੰਪਨੀ ਦੇ ਕਿਸੇ ਆਫੀਸਰ ਨੂੰ ਕੰਪਨੀ ਵੱਲੋਂ ਅਥੋਰਾਈਜ਼ ਕੀਤਾ ਜਾਂਦਾ ਹੈ ਵੀ ਜਿਹੜੀ ਤੁਹਾਡੀ ਪ੍ਰਾਪਰਟੀ ਹੈ ਉਹਦੀ ਤੁਸੀਂ ਵੈਲਿਊਏਸ਼ਨ ਨਿਰਧਾਰਿਤ ਕਰਕੇ ਤੁਸੀਂ ਜਿਹੜੀ ਪ੍ਰਾਪਰਟੀ ਇਹ ਸੇਲ ਕਰਨੀ ਹੈ, ਉਹਨੂੰ ਅਸੀਂ ਲਿਕੁਇਡੇਟਰ ਕਿਹਾ ਜਾਂਦਾ ਹੈ। ਅਸੈਸਰ ਕੌਣ ਹੁੰਦਾ ਹੈ? ਰਿਸੀਵਰ ਆਪਾਂ ਨੂੰ ਪਤਾ ਹੀ ਹੈ, ਜਿਹੜਾ ਰਿਸੀਵ ਕਰਦਾ ਕੋਈ ਪ੍ਰਾਪਰਟੀ ਉਹਨੂੰ ਰਿਸੀਵਰ ਕਹਿੰਦੇ ਆ। ਕਮਿਸ਼ਨਰ whose duties to as such officer to investigate or report on any matter of law or fact to make authenticate keep, ਇਹ ਸਾਰੇ ਦੇਖੋ ਜ਼ਿਆਦਾ ਇੰਨਾ ਲੰਮਾ ਪੜ੍ਹਨ ਦੀ ਲੋੜ ਨਹੀਂ ਇਸ ਨੂੰ, ਇਹ ਜਿਹੜਾ ਪਬਲਿਕ ਆਫਿਸ ਸਰਵੈਂਟ ਦੀ ਨੇ ਪਰਿਭਾਸ਼ਾ ਦੱਸੀ ਹੈ ਵਾਰ-ਵਾਰ। 5th ਦੇ ਵਿੱਚ ਕਿਹਾ ਜੂਰੀਮੈਨ ਕੌਣ? ਜੂਰੀਮੈਨ ਜਿਹੜੇ ਕੋਈ ਫੈਸਲਾ ਕਰਦੇ ਨੇ, ਠੀਕ ਹੈ, ਕਿਸੇ ਅੱਗੇ ਕੋਈ ਜੂਰੀਮੈਨ। ਅਸੈਸਰ ਕੌਣ ਹੁੰਦੇ ਨੇ? ਜਿਹੜੇ ਅਸੈਸਮੈਂਟ ਕਰਦੇ ਨੇ ਕਿ ਪ੍ਰਾਪਰਟੀ ਦੀ ਵੈਲਿਊ ਕਿੰਨੀ ਹੋਣੀ ਚਾਹੀਦੀ ਹੈ। ਜਿਵੇਂ ਕਿ ਜੋ ਆਪਾਂ ਲੈਂਡ ਰੈਵਨਿਊ ਐਕਟ ਪੜ੍ਹਿਆ ਸੀਗਾ, ਦੋ ਪਾਰਟੀਆਂ ਦਾ ਲੈ ਕੇ ਆਪਸੀ ਪ੍ਰੋਡਿਊਸ ਨੂੰ ਲੈ ਕੇ ਡਿਸਪਿਊਟ ਕ੍ਰੀਏਟ ਹੋ ਜਾਂਦਾ ਹੈ, ਤਾਂ ਰੈਵਨਿਊ ਕੋਰਟ ਦੇ ਵਿੱਚ ਆ ਕੇ ਪਟੀਸ਼ਨ ਦਿੰਦੇ ਨੇ। ਰੈਵਨਿਊ ਕੋਰਟ ਜਿਹੜੀ ਹੈਗੀ ਹੈ ਉਹ ਇੱਕ ਅਸੈਸਰ ਨਿਯੁਕਤ ਕਰ ਦਿੰਦੀ ਹੈ, ਠੀਕ ਹੈ, ਇੱਕ ਆਫਿਸਰ ਉਹਦੇ ਨਾਲ ਇੱਕ ਅਸੈਸਰ ਨਿਯੁਕਤ ਕਰ ਦਿੰਦੀ ਹੈ ਵੀ ਜਾ ਕੇ ਤੁਸੀਂ ਦੇਖੋ ਇਹਦੀ ਫਸਲ ਕਿੰਨੀ ਹੋਣੀ ਸੀ, ਕਿੰਨੀ ਹੋਣੀ ਚਾਹੀਦੀ ਸੀਗੀ, ਕਿੰਨੀ ਕੀਤੀ ਗਈ ਹੈ ਇਹਨਾਂ ਨੇ, ਇਹਨਾਂ ਦੀ ਡਿਸਟ੍ਰੀਬਿਊਸ਼ਨ ਕਰਵਾਓ। ਅਸੈਸਰ ਉਹਨੂੰ ਕਹਿੰਦਾ ਜਿਹੜਾ ਕੋਈ ਜ਼ਮੀਨ ਦੀ ਅਸੈਸਮੈਂਟ ਕਰਦਾ ਹੈ, ਕਿਸੇ ਪ੍ਰਾਪਰਟੀ ਦੀ ਵੈਲਿਊਏਸ਼ਨ ਅਸੈਸ ਕਰਦਾ ਹੈ। ਮੈਂਬਰ ਆਫ ਏ ਪੰਚਾਇਤ ਅਸਿਸਟਿੰਗ ਏ ਕੋਰਟ ਆਫ ਜਸਟਿਸ, ਇਹ ਸਾਰੇ ਪਬਲਿਕ ਸਰਵੈਂਟ ਦੀ ਪਰਿਭਾਸ਼ਾ ਚ ਆ ਜਾਂਦੇ ਨੇ। ਐਵਰੀ ਆਰਬੀਟਰੇਟਰ, ਠੀਕ ਹੈ, ਆਰਬੀਟਰੇਟਰ ਜਦੋਂ ਆਪਾਂ ਕੋਈ ਰੈਵਨਿਊ ਕੋਰਟ ਹੈ ਕਿਸੇ ਨੂੰ ਆਰਬੀਟਰੇਟਰ ਨਿਯੁਕਤ ਕਰ ਦਿੰਦੀ ਹੈ, ਠੀਕ ਹੈ, ਉਦੋਂ ਉਹ ਵੀ ਆਪਣੀਆਂ ਜਿਹੜੀਆਂ ਡਿਊਟੀਆਂ ਐਜ਼ ਏ ਪਬਲਿਕ ਸਰਵੈਂਟ ਨਿਭਾਉਂਦਾ ਹੈ। ਆਰਬੀਟਰੇਟਰ, ਅਦਰ ਪਰਸਨਸ ਡਿਸੀਜਨ ਦਿੰਦੇ ਆ ਕੋਰਟ ਆਫ ਜਸਟਿਸ। ਚਲੋ ਇਹ ਸਾਰੇ ਜਿਹੜੇ ਹੈਗੇ ਨੇ ਤੁਹਾਡੇ ਕੋਲ, ਇਹ 12-13 ਜਿਹੜੇ ਡੈਫੀਨੇਸ਼ਨ ਦਿੱਤੀਆਂ ਗਈਆਂ ਨੇ, ਇਹ ਜਿਹੜੇ ਪਬਲਿਕ ਸਾਰੇ ਹੀ ਪਬਲਿਕ ਸਰਵੈਂਟ ਦੀ ਪਰਿਭਾਸ਼ਾ ਚ ਆਉਂਦੇ ਆ। ਇਹਦੀ ਐਗਜ਼ਾਮਪਲ ਕੀ ਹੈ ਕਿ ਐਲਿਸਟੇਸ਼ਨ ਪੜ੍ਹ ਲੈਣਾ ਇੱਕ, ਮਿਊਨਿਸਪਲ ਕਮਿਸ਼ਨਰ ਇਜ਼ ਏ ਪਬਲਿਕ ਸਰਵੈਂਟ। MC ਜਿਹੜਾ ਹੁੰਦਾ ਹੈ ਉਹ ਜਵਾਬਦੇਹ ਹੁੰਦਾ ਪਬਲਿਕ ਦੇ ਲਈ, ਇਹਨੂੰ ਪਬਲਿਕ ਸਰਵੈਂਟ ਕਿਹਾ ਜਾਂਦਾ ਹੈ। ਅੱਗੇ ਐਕਸਪਲੇਨੇਸ਼ਨ 1, persons falling under any of the above descriptions are public servants which are appointed by the government or not। ਇਹ ਕਹਿੰਦਾ ਵੀ ਜਿਹੜੇ ਉੱਪਰਲੇ ਆਪਾਂ ਦਿਖਾਏ ਗਏ ਨੇ ਸੈਕਸ਼ਨ 21 ਦੇ ਵਿੱਚ ਪਬਲਿਕ ਸਰਵੈਂਟ, ਚਾਹੇ ਲੋਕਾਂ ਨੇ ਚੁਣਿਆ ਗਿਆ ਹੋਵੇ ਚਾਹੇ ਉਹਨੂੰ ਸਰਕਾਰ ਨੇ ਬਣਾਇਆ ਗਿਆ ਹੋਵੇ, ਉਹ ਪਬਲਿਕ ਸਰਵੈਂਟ ਦੀ ਪਰਿਭਾਸ਼ਾ ਚ ਆ ਜਾਂਦੇ ਨੇ।
इलेक्शन एक्सप्लेनेशन 2 3 ਇਹ ਜਿਹਨੇ ਇਲੈਕਸ਼ਨ ਹੁੰਦੀ ਹੈ ਇਲੈਕਸ਼ਨ ਦੇ ਵਿੱਚ ਲੈਜਿਸਲੇਟਿਵ ਮਿਊਨਿਸਪਲ ਕੌਂਸਲ ਪਬਲਿਕ ਅਥਾਰਟੀ ਹੈ ਜੀ whatever character the method of the selection to which is by under any law prescribed as by the election ਐਗਜ਼ਾਮਪਲਾਂ ਸੀਗੀਆਂ ਵੀ ਕਿਹਨੂੰ ਕਿਹਨੂੰ ਅਸੀਂ ਐਮਸੀ ਵਗੈਰਾ ਨੂੰ ਐਮਏ ਜਿਹੜੇ ਐਮਸੀ ਹੈ ਮੈਂਬਰ ਹੈ ਇਹ ਸਾਰੇ ਪਬਲਿਕ ਸਰਵੈਂਟ ਦੀ ਭਾਸ਼ਾ ਚਾਹੁੰਦੇ ਆ ਜੀ ਅੱਗੇ ਆ ਗਿਆ ਸੈਕਸ਼ਨ 22 ਮੂਵਲ ਪ੍ਰੋਪਰਟੀ ਕੋਈ ਪ੍ਰੋਪਰਟੀ ਜਿਹੜੀ ਨੂੰ ਅਸੀਂ ਮੂਵ ਕਰ ਸਕੇ ਇੱਕ ਜਗ੍ਹਾ ਤੋਂ ਦੂਜੀ ਥਾਂ ਤੇ ਲੈ ਕੇ ਜਾ ਸਕਦੇ ਹਾਂ ਉਹਨੂੰ ਮੂਵਲ ਪ੍ਰੋਪਰਟੀ ਕਿਹਾ ਜਾਂਦਾ ਹੈ ਦੈਨ ਰੌਂਗਫੁਲ ਗੇਨ ਕੋਈ ਵੀ ਅਸੀਂ ਲਾਭ ਉਠਾਉਂਦੇ ਹਾਂ ਗਲਤ ਤਰੀਕੇ ਨਾਲ ਠੀਕ ਹੈ ਉਹਨੂੰ ਰੌਂਗਫੁਲ ਗੇਨ ਕਹਾਂਗੇ ਰੌਂਗਫੁਲ ਲਾਸ ਸਾਡਾ ਕੋਈ ਲਾਸ ਹੁੰਦਾ ਹੈ ਗਲਤ ਤਰੀਕੇ ਨਾਲ ਲਾਸ ਹੁੰਦਾ ਹੈ ਉਹ ਰੌਂਗਫੁਲ ਲਾਸ ਕਹਿਲਾਂਦਾ ਹੈ ਗੇਨਿੰਗ ਰੌਂਗਫੁਲੀ ਲੂਜ਼ਿੰਗ ਰੌਂਗਫੁਲੀ A person is said to gain wrongfully when such person retains wrongfully. ਸਿੰਪਲ ਜੀ ਗੱਲ ਹੈ ਵੀ ਜਦੋਂ ਅਸੀਂ ਗਲਤ ਤਰੀਕੇ ਨਾਲ ਕੋਈ ਚੀਜ਼ ਲੈ ਲੈਂਦੇ ਆ ਤਾਂ wrongfully gain ਕਰਦੇ ਆ ਗਲਤ ਤਰੀਕੇ ਨਾਲ ਸਾਡੀ ਕੋਈ ਚੀਜ਼ ਚਲੀ ਜਾਂਦੀ ਹੈ ਠੀਕ ਹੈ ਉਹ wrongfully ਅਸੀਂ loss ਕਰਦੇ ਆ dishonestly ਬੇਈਮਾਨੀ ਦੇ ਨਾਲ ਸੈਕਸ਼ਨ 24 whoever does anything with the intention of the causing wrongful gain ਦੇ ਨਾਲ ਕੋਈ ਅਸੀਂ ਕੋਈ to one person or wrongful loss to another person ਕਿਸੇ ਦਾ ਨੁਕਸਾਨ ਪਹੁੰਚਾਉਣ ਦੀ ਖਾਤਰ ਆਪਣਾ ਫਾਇਦਾ ਕਰਨ ਦੀ ਖਾਤਰ ਕੋਈ ਗਲਤ ਕੰਮ ਕਰਦੇ ਆ ਉਸ ਨੂੰ dishonestly ਕਹਿੰਦੇ ਅਸੀਂ fraudulently ਧੋਖਾ ਦੇਣ ਦੀ ਖਾਤਰ ਧੋਖਾ ਦੇ ਕੇ person said to be do a thing fraudulently if he does that thing with the intent to defraud ਕਿਸੇ ਨੂੰ ਅਸੀਂ ਧੋਖਾ ਦੇਣ ਦੀ ਖਾਤਰ ਕੋਈ ਕੰਮ ਕਰਦੇ ਆ ਉਹਨੂੰ ਅਸੀਂ ਕਹਾਂਗੇ ਇਹ ਕੰਮ ਜਿਹੜਾ ਕੀਤਾ ਗਿਆ fraudulently ਕੀਤਾ ਗਿਆ reason to believe ਜਦੋਂ ਸਾਨੂੰ ਵਿਸ਼ਵਾਸ ਹੋਵੇ ਵੀ ਹਾਂ ਇਹਦਾ ਕਾਰਨ ਕੀ ਹੈ ਉਹਨੂੰ ਰੀਜ਼ਨ ਟੂ ਬਲੀਵ ਕਹਿ ਦਿੰਦੇ ਪ੍ਰੋਪਰਟੀ ਇਨ ਪੋਜੈਸ਼ਨ ਆਫ ਵਾਈਫ ਕਲਰਕ ਔਰ ਸਰਵੈਂਟ ਜੇ ਕੋਈ ਪ੍ਰਾਪਰਟੀ ਕਿਸੇ ਦੀ ਵਾਈਫ ਦੇ ਕਬਜ਼ੇ ਵਿੱਚ ਹੈ ਜਾਂ ਉਹਦੇ ਕਲਰਕ ਦੇ ਕਬਜ਼ੇ ਵਿੱਚ ਹੈ ਜਾਂ ਉਹਦੇ ਕਿਸੇ ਸਰਵੈਂਟ ਦੇ ਕਬਜ਼ੇ 'ਚ ਹੈ ਵੈਨ ਪ੍ਰੋਪਰਟੀ ਇਜ਼ ਇਨ ਦਾ ਪੋਜੈਸ਼ਨ ਆਫ ਏ ਪਰਸਨਸ ਵਾਈਫ ਕਲਰਕ ਔਰ ਸਰਵੈਂਟ ਔਨ ਅਕਾਊਂਟ ਆਫ ਦੈਟ ਪਰਸਨ ਉਸ ਬੰਦੇ ਦੇ ਇਵਜ਼ ਦੇ ਵਿੱਚ ਇਟ ਇਜ਼ in that person possession ਇਹ ਮੰਨਿਆ ਜਾਏਗਾ ਇਹ ਪ੍ਰਾਪਰਟੀ ਉਹਦੇ ਆਪਦੇ ਕਬਜ਼ੇ ਵਿੱਚ ਹੈ ਠੀਕ ਹੈ ਇਹ ਨਾਮ ਦਾ ਕੋਈ ਪਰਸਨ ਹੈ ਉਹਦੀ ਜਿਹੜੀ ਪ੍ਰਾਪਰਟੀ ਹੈ ਉਹਦੀ ਵਾਈਫ ਦੇ ਕਬਜ਼ੇ 'ਚ ਹੈ ਜਾਂ ਉਹਦੇ ਸਰਵੈਂਟ ਦੇ ਕਬਜ਼ੇ 'ਚ ਹੈ ਜਾਂ ਉਹਦੇ ਕਿਸੇ ਕਲਰਕ ਦੇ ਕੋਲੇ ਪਈ ਹੈ ਉਹਨੇ ਰੱਖੀ ਵੀ ਹੈ ਤਾਂ ਇਹ ਪ੍ਰਜ਼ਿਊਮ ਕੀਤਾ ਜਾਵੇਗਾ ਕਿ ਉਹ ਇਹ ਪ੍ਰਾਪਰਟੀ ਤੇ ਉਹਦਾ ਆਪਦਾ ਕਬਜ਼ਾ ਮੰਨਿਆ ਜਾਏਗਾ ਕਾਉਂਟਰਫੀਟ ਕੀ ਹੁੰਦਾ ਜੀ ਕਾਉਂਟਰਫੀਟ ਹੁੰਦਾ ਹੈ a person is said to be counterfeit who causes one thing to resemble ਜਦੋਂ ਆਪਾਂ ਕੋਈ ਨਕਲੀ ਚੀਜ਼ ਤਿਆਰ ਕਰ ਲੈਣੇ ਆ ਨਕਲੀ ਚੀਜ਼ ਵਰਕ ਡਨ ਵਿਦ ਫਰਾਡ ਕਿਸੇ ਨੂੰ ਦੂਜੇ ਨੂੰ ਧੋਖਾ ਦੇਣ ਦੀ ਖਾਤਰ ਨਕਲੀ ਕਰੰਸੀ ਤਿਆਰ ਕਰ ਲਈ ਕਿਸੇ ਬੰਦੇ ਨੇ ਠੀਕ ਹੈ ਉਹਨੂੰ ਕਾਉਂਟਰਫੀਟ ਕਹਾਂਗੇ ਨਕਲੀ ਕਰੰਸੀ ਬਣਾ ਲਈ ਜਾਂ ਕੋਈ ਚੀਜ਼ ਬਣਾਈ ਹੈ ਕੋਈ ਪ੍ਰੋਡਕਟ ਬਾਜ਼ਾਰ ਦੇ ਵਿੱਚ ਵਿਕਦਾ ਹੈ ਠੀਕ ਹੈ ਉਸ ਪ੍ਰੋਡਕਟ ਦੇ ਨਾਮ ਦਾ ਕੋਈ ਪ੍ਰੋਡਕਟ ਹੋਰ ਬਣਾ ਲਿਆ ਜਾਲੀ ਤਿਆਰ ਕਰਕੇ ਉਹਦੀ ਸਟੈਂਪ ਲਗਾਤੀ ਉਹਨੂੰ ਆਪਾਂ ਕਾਉਂਟਰਫੀਟ ਕਹਾਂਗੇ A person is said to be counterfeit who causes one thing to resemble mildi juldi another thing intending by means of that resemblance to practice deception ਧੋਖਾ ਦੇਣ ਦੀ ਖਾਤਰ ਦੂਜਿਆਂ ਨੂੰ or knowing it to be likely that deception will thereby be practiced ਜਿਵੇਂ ਉਹ ਚੱਲ ਰਿਹਾ ਕੋਈ ਚੀਜ਼ ਵਿਕ ਰਹੀ ਹੈ ਬਾਜ਼ਾਰ ਦੇ ਵਿੱਚ ਉਸ ਦੇ ਵਿੱਚ ਉਹਦਾ ਫਾਇਦਾ ਕੱਢਦੇ ਹੋਏ ਕੋਈ ਚੀਜ਼ ਉਹਦੇ ਨਾਲ ਦੀ ਬਣਾ ਲੈਣਾ ਸੇਮ ਪੈਕਿੰਗ ਕਰ ਦੇਣਾ ਉਹਨੂੰ ਬਾਜ਼ਾਰ ਵੇਚਣਾ ਉਹਨੂੰ ਆਪਾਂ ਇਹ ਕਾਉਂਟਰਫੀਟ ਕਹਾਂਗੇ It is not essential to counterfeiting that the imitation should be exact. ਇਹ ਨਹੀਂ ਕਹਿੰਦਾ ਬਿਲਕੁਲ ਹੀ ਸੇਮ ਮਿਲਦੀ ਜੁਲਦੀ ਹੋਵੇ ਭਾਵੇਂ ਕੋਈ ਸਰਕਾਰੀ ਡਾਕੂਮੈਂਟ ਤਿਆਰ ਕਰੇ ਜਾਂ ਕੋਈ ਇਦਾਂ ਦਾ ਡਾਕੂਮੈਂਟ ਤਿਆਰ ਹਾਂ ਕਰੇ ਹਾਂ ਬਿਲਕੁਲ ਕਾਉਂਟਰਫੀਟ ਚਾਹੇਗਾ ਜੀ ਕੋਈ ਗਲਤ ਸਟਾਂਪ ਬਣਾ ਲੈਂਦਾ ਹੈ ਝੂਠੇ ਸਟਾਂਪ ਤਿਆਰ ਕਰ ਲੈਂਦਾ ਹੈ ਠੀਕ ਹੈ ਐਕਸਪਲੇਨੇਸ਼ਨ 2 ਦੇ ਵਿੱਚ ਵੀ ਇਹੀ ਲਿਖਿਆ ਹੈ ਡੂ ਸਮਥਿੰਗ ਪਰਸਨਲੀ ਗੇਨ ਆਪਦੇ ਫਾਇਦੇ ਦੀ ਖਾਤਰ ਦੂਜਿਆਂ ਨੂੰ ਧੋਖਾ ਦੇਣ ਦੀ ਖਾਤਰ ਕੋਈ ਚੀਜ਼ ਆਪਾਂ ਤਿਆਰ ਕਰਦੇ ਹਾਂ ਉਹਨੂੰ ਅਸੀਂ ਕਾਉਂਟਰਫੀਟ ਕਹਿੰਦੇ ਹਾਂ ਠੀਕ ਹੈ ਜੀ ਟਾਈਮ ਹੋ ਗਿਆ ਜਿਹੜਾ ਅੱਜ ਦਾ ਲੈਕਚਰ ਆਪਾਂ ਇੱਥੇ ਬੰਦ ਕਰਾਂਗੇ ਠੀਕ ਹੈ ਬਾਕੀ ਕੱਲ ਪੜਾਂਗੇ ਜੀ ਤਾਂ ਇੱਕ ਹੈਲਪ ਕਰ ਦਿਓ ਥੋੜੀ ਜਿਹੀ ਜੀ ਜਿਹੜਾ ਸਿਲੇਬਸ ਦੇਖ ਕੇ ਨਾ ਕੱਲ ਨੂੰ ਪਹਿਲਾਂ
ਥੋੜਾ ਜਿਹਾ ਇਹ ਨਿਸ਼ਾਨ ਲਾ ਦੇ ਵੀ ਕਿਹੜੇ ਚੈਪਟਰ ਨਹੀਂ ਆਉਣੇ ਸਾਨੂੰ ਥੋੜਾ ਉਹਦੇ ਵਿੱਚ ਐਕਸਪਲੇਨੇਸ਼ਨ ਨਹੀਂ ਵਧੀਆ ਦਿੱਤੀ ਉਹ ਜਿਹੜਾ ਸਿਲੇਬਸ ਦਿੱਤਾ ਆ ਇਹ ਕਿਹੜੇ ਚੈਪਟਰ ਨਹੀਂ ਆਣੇ ਉਹ ਸਾਨੂੰ ਦੱਸ ਦੇ ਲਿਖ ਲਓ, ਹੁਣੀ ਲਿਖ ਲਓ। ਹਾਂਜੀ ਸਰ ਦੱਸੋ। ਇਹ ਆਈਪੀਸੀ ਦੇ ਵਿੱਚ ਚੈਪਟਰ ਨੰਬਰ 6, ਚੈਪਟਰ ਨੰਬਰ 7, 12 ਇਹਦੇ ਮੂਹਰਲੇ ਪਾਸੇ ਲਿਖ ਲਓ ਤੁਸੀਂ ਬੁੱਕ ਦੇ ਮੂਹਰਲੇ ਪਾਸੇ ਲਿਖ ਲਓ ਚੈਪਟਰ ਨੰਬਰ 6। offenses against the state of offenses against ਬੜਾ ਨਾਮ ਹੀ ਦੱਸ ਦਿਓ ਸਰ ਚੈਪਟਰਾਂ ਦੇ ਕਿਹੜੀ ਕਿਤਾਬਾਂ ਦੇ ਵਿੱਚ ਅੱਗੇ ਪਹਿਲਾਂ ਤੁਸੀਂ ਇਕੱਲਾ ਚੈਪਟਰ ਲਿਖੋ, ਫਿਰ ਮੈਂ ਨਾਮ ਦੱਸਦਾ ਨਾ। ਚੈਪਟਰ ਨੰਬਰ 6, 7, 12, 18, 6, 7 12 18, 21। 12 18 ਤੇ 21 ਹਾਂ, ਇਹ ਜਿਹੜੇ 5 ਚੈਪਟਰ ਨੇ ਇਹ ਛੱਡੇ ਗਏ ਨੇ ਆਪਣੇ ਸਿਲੇਬਸ ਦੇ ਵਿੱਚ। ਚੈਪਟਰ ਨੰਬਰ 6 ਹੈਗਾ offenses against the state। ਚੈਪਟਰ ਨੰਬਰ 7 ਹੈਗਾ offenses relating to the army, navy and air force। ਚੈਪਟਰ 12 ਹੈਗਾ offenses relating to the coin and government stamps, ਸਿੱਕੇ। offenses related to coin and government stamps ਜੀ ਇਹ 12 ਨੂੰ ਹੋਏਗਾ। ਇਹ 18 ਹੈਗਾ ਜੀ, 18 ਹੈਗਾ ਚੈਪਟਰ offenses related to documents and property marks offenses relating to the documents and the property marks। then 21 of defamation defamation। ਇਹ ਚੈਪਟਰ ਜਿਹੜੇ ਆਪਣੇ ਚ ਇਨਕਲੂਡ ਨਹੀਂ ਹੈਗੇ, ਠੀਕ ਹੈ ਸਰ ਠੀਕ ਹੈ ਜੀ। ਕੋਈ ਤਾਂ ਕੋਈ ਕੁਐਸਚਨ ਹੈ ਜੀ, ਕਰ ਸਕਦਾ ਹੈ। ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ।